ਨਾ ਪਰਿਆ ਰੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗ ਹੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਜੁਗ ਹੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਕੇ ਸਾਹਿਬ ਜੀ ਦੇ ਦਰ ਕਰਦੀਆਂ ਅਸੀਸਾਂ ਬਖਸ਼ਿਸ਼ਾਂ ਰਹਿਮਤਾਂ ਦੀ ਪਾਤਰ ਬਣ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਜੀ, ਬਹੁਤ ਵੱਡੇ ਭਾਗ ਹਨ ਸਾਡੇ ਸਾਰਿਆਂ ਦੇ ਜੋ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਦੇ ਮੁਬਾਰਕ ਚਰਨਾਂ ਵਿੱਚ ਜੁੜਨ ਦੀਆਂ ਹਾਜ਼ਰੀਆਂ ਜੁੜ ਕਰਕੇ ਸਤਿਗੁਰੂ ਦੇ ਦਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਇਹਨਾਂ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਤੇ ਅੰਮ੍ਰਿਤ ਵੇਲੇ ਜੋ ਲੜੀਵਾਰ ਗੁਰਬਾਣੀ ਵਿਚਾਰ ਚੱਲਦੀ ਆ ਰਹੀ ਹੈ, ਇਸੇ ਲੜੀਵਾਰ ਗੁਰਬਾਣੀ ਵਿਚਾਰ ਦੇ ਤਹਿਤ ਆਪ ਸੰਗਤਾਂ ਨੇ ਸ਼ਲੋਕ ਵਾਰਾਂ ਤੇ ਵਧੀਕ ਵਿੱਚੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੇ ਹੋਏ ਦੋ ਸ਼ਲੋਕ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਜੀ ਪਾਸੋਂ ਸਰਵਣ ਕੀਤੇ ਨੇ। ਇਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਆਓ ਵਿਚਾਰਾਂ ਦੀ ਲੜੀ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਅਸੀਸ ਦੇ ਬਖਸ਼ਿਸ਼ ਦੇ ਪਾਤਰ ਬਣੀਏ, ਰਸਨਾ ਦੀ ਸਾਂਝ ਬਣਾਉਂਦੇ ਆ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਦੀ ਅਪਾਰ ਕਿਰਪਾ ਦੀ ਸਦਕਾ ਇਹਨਾਂ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਤੇ ਜੋ ਲੜੀਵਾਰ ਗੁਰਬਾਣੀ ਵਿਚਾਰ ਚੱਲਦੀ ਆ ਰਹੀ ਹੈ, ਇਸੇ ਲੜੀ ਤਹਿਤ ਅੱਜ ਸ਼ਲੋਕ ਵਾਰਾਂ ਤੇ ਵਧੀਕ ਵਿੱਚੋਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੇ ਹੋਏ ਦੋ ਸ਼ਲੋਕ 64 ਨੰਬਰ ਸ਼ਲੋਕ ਅਤੇ 65 ਨੰਬਰ ਸ਼ਲੋਕ ਦੀ ਵਿਚਾਰ ਜਿੱਥੇ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ, ਗੁਰੂ ਸਾਹਿਬ ਜੀ ਦੀ ਅਸੀਸ ਦੇ ਪਾਤਰ ਬਣਨਾ ਹੈ, ਉੱਥੇ ਸਾਧ ਸੰਗਤ ਗੁਰਬਾਣੀ ਵਿਚਾਰ ਨੂੰ ਆਪਣੇ ਹਿਰਦੇ ਰੂਪੀ ਘਰ ਦਾ ਸ਼ਿੰਗਾਰ ਬਣਾਉਣ ਦੇ ਯਤਨ ਕਰਨੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਸਾਹਿਬ ਜੀ ਦੇ ਇਹ ਅਨਮੋਲ ਬਚਨ ਕਿਤੇ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਣ, ਤਾਂ ਕਿ ਸਾਡਾ ਸਾਰਿਆਂ ਦਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕੇ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ 3 ਭਾਗਾਂ ਦੇ ਵਿੱਚ ਬਾਣੀ ਨਜ਼ਰ ਆਉਂਦੀ ਹੈ। ਪਹਿਲੇ ਭਾਗ ਦੇ ਵਿੱਚ ਰਾਗ ਮੁਕਤ ਬਾਣੀਆਂ, ਉਪਰੰਤ ਪਹਿਲਾਂ ਨਿਤਨੇਮ ਦੀਆਂ ਬਾਣੀਆਂ 13 ਅੰਗ ਤੱਕ, ਉਪਰੰਤ ਰਾਗਬੱਧ ਬਾਣੀਆਂ ਅਤੇ ਅਖੀਰ ਤੇ ਰਾਗ ਮੁਕਤ ਬਾਣੀਆਂ। ਔਰ ਰਾਗ ਮੁਕਤ ਬਾਣੀਆਂ ਦੇ ਅੰਦਰ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਅੰਮ੍ਰਿਤਮਈ ਸ਼ਲੋਕ ਉਚਾਰਨ ਕੀਤੇ ਹਨ, ਜਿਨ੍ਹਾਂ ਸ਼ਲੋਕਾਂ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਇੱਕ ਬੜੀ ਵੱਡੀ ਸੇਧ ਬਖਸ਼ਿਸ਼ ਕੀਤੀ ਹੈ, ਯੋਗ ਮਤ ਬਾਰੇ। ਕਿਉਂਕਿ ਕਈਆਂ ਦੇ ਮਨ ਵਿੱਚ ਇਹ ਭੁਲੇਖਾ ਹੁੰਦਾ ਹੈ ਕਿ ਸ਼ਾਇਦ ਯੋਗ ਸਾਧਨਾ ਕੀਤਿਆਂ ਹੀ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ, ਪਰਮਾਤਮਾ ਦੇ ਨਾਲ ਸਾਂਝ ਬਣਾਈ ਜਾ ਸਕਦੀ ਹੈ।
ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੇ ਮਨ ਦਾ ਇਹ ਸ਼ੰਕਾ ਦੂਰ ਕਰ ਦਿੱਤਾ ਜਦੋਂ ਗੁਰੂ ਸਾਹਿਬ ਜੀ ਨੇ ਇਸ ਅੰਮ੍ਰਿਤਮਈ ਸ਼ਲੋਕ ਦੇ ਅੰਦਰ ਯੋਗ ਸਾਧਨਾ ਬਾਰੇ ਸਾਨੂੰ ਸੰਸਾਰਿਕ ਜੀਵਾਂ ਨੂੰ ਚਾਨਣ ਬਖਸ਼ਿਆ ਕਿ ਕੇਵਲ ਕੱਪੜੇ ਪਾਉਣ ਦੇ ਨਾਲ, ਤਨ ਦੇ ਉੱਤੇ ਵੱਖ-ਵੱਖ ਕਿਸਮ ਦੇ ਵਸਤਰ ਧਾਰਨ ਕਰਨ ਦੇ ਨਾਲ ਜ਼ਰੂਰੀ ਨਹੀਂ ਕਿ ਮਨੁੱਖ ਯੋਗ ਸਾਧਨਾ ਦੇ ਨਾਲ ਜੁੜ ਜਾਂਦਾ ਹੈ। ਯੋਗ ਸਾਧਨਾ, ਯੋਗ ਦੇ ਅਰਥ ਨਹੀਂ ਜੁੜਨਾ, ਭਾਵ ਕਿ ਜ਼ਰੂਰੀ ਨਹੀਂ ਕਿ ਕੋਈ ਗੇਰੂ ਰੰਗ ਦੇ ਜਾਂ ਭਗਵੇਂ ਰੰਗ ਦੇ ਕੱਪੜੇ ਪਾ ਕੇ ਤੇ ਫੇਰ ਹੀ ਰੱਬ ਨਾਲ ਜੁੜ ਸਕਦਾ। ਸਾਹਿਬ ਕਹਿੰਦੇ ਘਰ ਬੈਠੇ ਆ ਅਸੀਂ ਸੰਸਾਰ ਦੇ ਵਿੱਚ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ, ਸੰਸਾਰ ਵਿੱਚ ਰਹਿੰਦੇ ਆ ਵੀ ਪਰਮਾਤਮਾ ਦੇ ਨਾਲ ਜੁੜ ਸਕਦੇ ਆ। ਜੁੜਨ ਦਾ ਤਰੀਕਾ ਕੋਈ ਵੀ ਹੋ ਸਕਦਾ ਸਾਧ ਸੰਗਤ, ਭਾਵੇਂ ਆਪਾਂ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ, ਜਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਅੰਜਨ ਮਾਹੇ ਨਰੰਜਨ ਰਹੀ ਹੈ ਜੋਗੀ ਕਹੀ ਹੈ ਸੋਈ। ਜੇ ਅਸੀਂ ਕਾਲਖ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕਾਲਖ ਤੋਂ ਰਹਿਤ ਹੋ ਕੇ ਰੱਬ ਨਾਲ ਜੁੜੇ ਰਹਿੰਦੇ ਆ ਤੇ ਇਹ ਵੀ ਸਾਡੀ ਇੱਕ ਯੋਗ ਸਾਧਨਾ ਹੈ। ਵੈਸੇ ਸਾਧ ਸੰਗਤ ਯੋਗ ਸਾਧਨਾ ਦੇ ਦੋ ਮੁੱਖ ਵਿਦਵਾਨਾਂ ਨੇ ਸਾਧਨ ਮੰਨੇ ਨੇ, ਇੱਕ ਹੈ ਹਠ ਯੋਗ ਤੇ ਦੂਸਰਾ ਹੈ ਸਹਿਜ ਯੋਗ। ਹਠ ਯੋਗ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ, ਜੋਗੀ ਗੋਰਖਨਾਥ ਜਿਨੇ ਆਪਣੇ ਜੀਵਨ ਦੇ ਅੰਦਰ ਜ਼ਿਆਦਾਤਰ ਹਠ ਯੋਗ ਦੇ ਉੱਤੇ ਜ਼ੋਰ ਦੇਣਾ ਕੀਤਾ। ਦੂਸਰਾ ਯੋਗ ਹੈ ਸਾਧ ਸੰਗਤ ਸਹਿਜ ਯੋਗ। ਪਤੰਜਲ ਰਿਸ਼ੀ ਨੇ ਸਹਿਜ ਯੋਗ ਦੇ ਬਾਰੇ 8 ਮਾਰਗ ਦਰਸ਼ਨ ਜਿਹੜੇ ਨੇ, ਜਿਹਨੂੰ ਅਸ਼ਟਾਂਗ ਮਾਰਗ ਕਿਹਾ ਜਾਂਦਾ ਹੈ ਯੋਗੀਆਂ ਦੇ ਅੰਦਰ, ਉਹਦੇ ਵੱਲ ਧਿਆਨ ਦਿਵਾਉਣਾ ਕੀਤਾ। ਮਨ ਬਿਰਤੀਆਂ ਨੂੰ ਰੋਕ ਕੇ ਇਹ 8 ਨਿਯਮਾਂ ਨੂੰ ਪਤੰਜਲ ਰਿਸ਼ੀ ਦੇ ਸ਼ਾਸਤਰ ਅਨੁਸਾਰ ਜੇ ਕੋਈ ਮਨੁੱਖ ਅਪਣਾ ਲੈਂਦਾ ਤੇ ਉਹ ਰੱਬ ਦੇ ਨਾਲ ਜੁੜ ਜਾਂਦਾ ਹੈ। ਔਰ ਜਹਿਮ, ਨਿਜਮ, ਆਸਣ, ਪ੍ਰਾਣਾਯਾਮ, ਪ੍ਰਤਾਹਾਰ, ਪਾਰਨਾ, ਗਿਆਨ ਤੇ ਸਮਾਧ, ਇਹ 8 ਨਿਯਮ ਹੱਠ ਜਿਹੜੇ ਯੋਗ ਨੇ ਔਰ ਸਾਧ ਸੰਗਤ ਪਤੰਜਲ ਰਿਸ਼ੀ ਦੇ ਉਚਾਰਨ ਕੀਤੇ ਹੋਏ ਸ਼ਾਸਤਰਾਂ ਦੇ ਅਨੁਸਾਰ ਮਿਲਦੇ ਨੇ। ਦੂਜੇ ਪਾਸੇ ਜੋਗੀਆਂ ਦੇ 12 ਪੰਥ ਮੰਨੇ ਜਾਂਦੇ ਨੇ, ਜਿਨ੍ਹਾਂ ਵਿੱਚੋਂ ਇੱਕ ਆਈ ਪੰਥੀ ਵੀ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਗੁਰੂ ਸਾਹਿਬ ਜੀ ਸਾਨੂੰ ਸੰਸਾਰਿਕ ਜੀਵਾਂ ਨੂੰ ਅੱਜ ਦੇ ਇਸ ਸ਼ਲੋਕ ਦੇ ਅੰਦਰ ਬੜੀ ਪਿਆਰੀ ਉੱਤਮ ਸਿੱਖਿਆ ਬਖਸ਼ ਰਹੇ ਨੇ ਕਿ ਜ਼ਰੂਰੀ ਨਹੀਂ ਕਿ ਮਨੁੱਖ ਯੋਗ ਦੀਆਂ ਇਹਨਾਂ ਸਾਧਨਾਵਾਂ ਨੂੰ ਅਪਣਾ ਲਵੇ ਤੇ ਤਾਂ ਹੀ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ। ਜ਼ਰੂਰੀ ਨਹੀਂ ਕਿ ਜੋਗੀਆਂ ਦੀ ਤਰ੍ਹਾਂ ਭਗਵੇਂ ਕੱਪੜੇ ਪਾ ਲਈਏ ਤੇ ਤਾਂ ਹੀ ਆਪਾਂ ਪਰਮਾਤਮਾ ਦੀ ਸਮਾਧੀ ਲਾ ਸਕਦੇ ਹਾਂ, ਪਰਮਾਤਮਾ ਨਾਲ ਸੰਬੰਧ ਜੋੜ ਸਕਦੇ ਹਾਂ। ਪਹਿਲੇ ਪੈਰ ਦੇ ਵਿੱਚ ਜੋਗੀਆਂ ਨੇ ਰੱਬ ਨਾਲ ਜੁੜਨ ਦਾ ਇੱਕ ਵੱਖਰਾ ਮਾਰਗ ਦਰਸ਼ਨ ਕੀਤਾ। ਪਹਿਲਾਂ ਜੋਗੀਆਂ ਨੇ ਇੱਕ ਵੱਖਰਾ ਮਾਰਗ ਦਰਸ਼ਨ ਅਪਣਾਇਆ ਕਿ ਭਗਵੇਂ ਰੰਗ ਦੇ ਕੱਪੜੇ ਧਾਰਨ ਕਰ ਲੈਣੇ, ਘਰ-ਬਾਰ ਛੱਡ ਦੇਣਾ, ਜੰਗਲਾਂ ਦੇ ਵਿੱਚ ਚਲਾ ਜਾਣਾ, ਉੱਥੇ ਜਾ ਕੇ ਸਮਾਧੀਆਂ ਲਾ ਲਾ ਕੇ ਕਈ ਘੰਟੇ ਬੈਠੇ ਰਹਿਣਾ, ਜਿਹਨੂੰ ਆਉਣ ਵਾਲੇ ਸਮੇਂ ਦੇ ਅੰਦਰ ਥੋੜੇ ਸਮੇਂ ਦੇ ਬਾਅਦ ਜੋਗੀਆਂ ਨੇ ਇਸ ਵਿਚਾਰ ਨੂੰ ਤਬਦੀਲ ਕਰ ਦਿੱਤਾ। ਇਸੇ ਵਿਚਾਰਧਾਰਾ ਨੂੰ ਜੰਤਰਾਂ ਮੰਤਰਾਂ ਤੇ ਜਾਦੂ ਟੂਣਿਆਂ ਦੇ ਵਿੱਚ ਉਹਨਾਂ ਨੇ ਤਬਦੀਲ ਕਰ ਦਿੱਤਾ। ਹੌਲੀ ਹੌਲੀ ਜੋਗੀ ਰੱਬ ਨਾਲ ਜੁੜਨ ਦੀ ਬਜਾਏ ਵਰ ਤੇ ਸਰਾਫ ਦੀਆਂ ਗੱਲਾਂ ਕਰਨ ਲੱਗ ਪਏ, ਦੁਨੀਆ ਦੇ ਲੋਕਾਂ ਨੂੰ ਡਰਾਉਣ ਲੱਗ ਪਏ, ਧਮਕਾਉਣ ਲੱਗ ਪਏ, ਔਰ ਸੰਸਾਰ ਦੇ ਲੋਕਾਂ ਤਾਲੋਂ ਵੱਖਰੇ ਹੋ ਕੇ ਉਹਨਾਂ ਨੇ ਰਹਿਣਾ ਪਹਾੜਾਂ ਦੀਆਂ ਕੰਦਰਾਂ ਵਿੱਚ ਸ਼ੁਰੂ ਕਰ ਦਿੱਤਾ। ਔਰ ਸਾਧ ਸੰਗਤ ਇਹੀ ਜੋਗੀ ਲੋਕ ਸਮਾਂ ਪਾ ਕੇ ਪਹਿਲਾਂ ਗ੍ਰਸਤੀਆਂ ਨੂੰ ਬੜਾ ਮਾੜਾ ਕਹਿਣ ਲੱਗ ਪਏ। ਜਿਹੜੇ ਸੰਸਾਰ ਵਿੱਚ ਰਹਿੰਦੇ ਨੇ ਉਹ ਤੇ ਮਨੁੱਖ ਹੀ ਨਹੀਂ। ਪਰ ਗੁਰੂ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਭਾਵੇਂ ਕਿ 8 ਜੋਗੀਆਂ ਦੇ ਨਾਲ ਕਈ ਵਾਰੀ ਮੁਲਾਕਾਤ ਵੀ ਹੋਈ। ਇਹ 8 ਜੋਗੀ ਸਨ, ਜੋਗੀ ਗੋਰਖਨਾਥ ਆਦਿ ਵਰਗੇ, ਜਿਨ੍ਹਾਂ ਨੇ ਹੱਠ ਦੇ ਨਾਲ ਭਾਵ ਕਿ ਮਨ ਦੇ ਹੱਠ ਕਰਕੇ ਪਰਮਾਤਮਾ ਨੂੰ ਪਾਉਣ ਵਾਸਤੇ ਇਦਾਂ ਦੀ ਯੋਗ ਸਾਧਨਾ ਧਾਰਨ ਕੀਤੀ। ਨਾਨਕ ਮਤੇ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਗੋਰਖਨਾਥ ਆਦਿ ਵਰਗਿਆਂ ਦੇ ਨਾਲ ਮੁਲਾਕਾਤ ਹੋਈ
ਔਰ ਇਸੇ ਨਾਨਕ ਮੱਤੇ ਦੀ ਧਰਤੀ ਦੇ ਉੱਤੇ ਜੋਗੀਆਂ ਨੇ, ਗੋਰਖਨਾਥ ਆਦਿ ਵਰਗੇ ਨੇ, ਭਾਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਹੱਠ ਯੋਗ ਦੇ ਕਾਰਨ ਜਿਹੜੀ ਵਿਚਾਰ ਚਰਚਾ ਕੀਤੀ ਉਹਦੇ ਵਿੱਚ ਉਹਨਾਂ ਨੇ ਖਿਮਾ ਵੀ ਮੰਗੀ। ਇੱਕ ਵਾਰ ਇਹਨਾਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਕਈ ਪ੍ਰਕਾਰ ਦੀ ਵਿਚਾਰ ਚਰਚਾ ਦੇ ਵਿੱਚ ਕਈ ਪ੍ਰਕਾਰ ਦੇ ਸਵਾਲ ਜਵਾਬ ਕੀਤੇ। ਗੁਰੂ ਸਾਹਿਬ ਜੀ ਨੇ ਬੜੀ ਵਿਉਂਤ ਔਰ ਵਿਧੀ ਦੇ ਨਾਲ ਇਹਨਾਂ ਜੋਗੀਆਂ ਨੂੰ ਉਹਨਾਂ ਦੀ ਵਿਚਾਰ ਦਾ ਉੱਤਰ ਦੇਣਾ ਕੀਤਾ ਔਰ ਅਖੀਰ ਇਹਨਾਂ ਜੋਗੀਆਂ ਨੇ ਇਹ ਗੱਲ ਮੰਨੀ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਨਾਨਕ ਜੀ, ਇਹ ਗੱਲ ਹਕੀਕਤ ਹੈ, ਤੁਹਾਡਾ ਜੀਵਨ ਕਿਰਦਾਰ ਸਾਡੇ ਨਾਲੋਂ ਕਈ ਗੁਣਾ ਉੱਚਾ ਹੈ। ਤੁਸੀਂ ਸੰਸਾਰ ਵਿੱਚ ਰਹਿੰਦੇ ਆ ਮਨ ਬਿਰਤੀਆਂ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਰੋਕ ਕੇ ਫਿਰ ਰੱਬ ਦੀ ਪ੍ਰਾਪਤੀ ਦੇ ਮਾਰਗਦਰਸ਼ਨ ਦੀ ਗੱਲ ਕਰਦੇ ਹੋ, ਤੇ ਅਸੀਂ ਸੰਸਾਰ ਤੇ ਆ ਕੇ ਪਹਾੜਾਂ ਦੀਆਂ ਕੰਧਰਾਂ ਤੇ ਆ ਕੇ ਬੈਠ ਕੇ ਆ ਰੰਗ ਬਰੰਗੇ ਵਸਤਰ ਧਾਰਨ ਕਰਕੇ ਮਨ ਬਿਰਤੀਆਂ ਨੂੰ ਰੋਕ ਕੇ ਤੇ ਫਿਰ ਰੱਬ ਨੂੰ ਪਾਉਣ ਦੀ ਗੱਲ ਕਰਦੇ ਆ। ਪਰ ਤੁਸੀਂ ਤੁਹਾਨੂੰ ਜਿਹੜੇ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਹਾਥ ਪਾਉ ਕਰ ਕਾਮ ਸਭ ਇਹ ਸਾਰਾ ਕੁਝ ਕਰਦੇ ਹੋ, ਪਰ ਫਿਰ ਵੀ ਚੀਤ ਨਿਰੰਜਨ ਨਾਲ, ਫਿਰ ਵੀ ਚਿੱਤ ਬਿਰਤੀਆਂ ਰੱਬ ਦੇ ਨਾਲ ਜੁੜ ਕੇ ਰੱਖਦੇ ਹੋ। ਇਹ ਬੜੀ ਵੱਡੀ ਗੱਲ ਸੀ। ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਐਸੀਆਂ ਕਈ ਵਿਚਾਰਾਂ ਕੀਤੀਆਂ। ਅਖੀਰ ਉਹਨਾਂ ਨੇ ਕਬੂਲ ਕੀਤਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ। ਕਿ ਬਾਬਾ ਨਾਨਕ ਜੀ, ਤੁਸੀਂ ਵੱਡੇ ਇਸ ਕਰਕੇ ਹੋ ਕਿ ਅੰਜਨ ਮਾਹੇ ਨਿਰੰਜਨ ਰਹੀ ਹੈ। ਤੁਸੀਂ ਕਾਲਖ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮੋਹ ਮਾਇਆ ਦੀ ਕਾਲਖ ਤੋਂ ਨਿਰਲੇਪ ਹੋ ਕੇ ਵਿਚਰ ਰਹੇ ਹੋ। ਹੁਣ ਇੱਕ ਤੇ ਬੰਦਾ ਉਹ ਹੈ ਜਿਹੜਾ ਕਾਲਖ ਛੱਡ ਕੇ ਦੂਰ ਹੀ ਚਲਾ ਗਿਆ, ਕਿ ਇੱਥੇ ਰਹਿ ਗਿਆ ਤੇ ਕੋਈ ਨਾ ਕੋਈ ਦਾਗ ਲੱਗ ਜਾਵੇਗਾ, ਕੋਈ ਨਾ ਕੋਈ ਦੋਸ਼ ਲੱਗ ਜਾਵੇਗਾ, ਉਹ ਉਸ ਵਿਚਾਰ ਤੋਂ ਦੂਰ ਹੀ ਚਲਾ ਗਿਆ। ਇੱਕ ਉਹ ਹੈ ਜਿਹੜਾ ਉੱਥੇ ਰਹਿ ਕੇ ਰੱਬ ਦੀ ਪ੍ਰਾਪਤੀ ਦੀ ਗੱਲ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਵੇਂ ਅੱਜ ਦੇ ਸ਼ਲੋਕ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਸੇ ਗੱਲ ਦੇ ਉੱਤੇ ਵਜਨ ਦਿੱਤਾ ਹੈ, ਜੋਗ ਨਾ ਭਗਵੇਂ ਕੱਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਔਰ ਸਾਧ ਸੰਗਤ, ਧੰਨ ਗੁਰੂ ਅਮਰਦਾਸ ਜੀ ਦੇ ਮੁਬਾਰਕ ਬਚਨ ਨੇ, ਘਰ ਬੈਠਿਆਂ ਹੋਇਆਂ, ਘਰ ਬੈਠੇ ਗੁਰੂ ਧਿਆਇਓ, ਘਰ ਬੈਠਿਆਂ ਆਪਾਂ ਗੁਰੂ ਧਿਆ ਕੇ ਰੱਬ ਨਾਲ ਜੁੜ ਸਕਦੇ ਆ। ਇਹ ਉਪਦੇਸ਼ ਕਿਹਨਾਂ ਨੇ ਦਿੱਤਾ ਹੈ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਗੱਲ ਦੇ ਉੱਤੇ ਹੋਰ ਮੋਹਰ ਲਾ ਦਿੱਤੀ। ਬਲਕਿ ਇੱਕ ਸਮਾਂ ਸੀ ਸਾਧ ਸੰਗਤ, ਜਦੋਂ ਜੋਗੀ ਲੋਕ ਆਪਣਾ ਜੀਵਨ ਕਿਰਦਾਰ ਭੁੱਲ ਕੇ ਮਨ ਬਿਰਤੀਆਂ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਰੋਕਣ ਵਾਸਤੇ ਸੰਸਾਰ ਤੋਂ ਭੱਜ ਕੇ ਬਾਹਰ ਗਏ ਸਨ। ਪਰ ਉੱਥੇ ਜਾ ਕੇ ਵੀ ਜਦੋਂ ਉਹ ਮਨ ਬਿਰਤੀਆਂ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਨਾ ਰੋਕ ਸਕੇ ਤੇ ਫਿਰ ਵੀ ਉਹਨਾਂ ਦਾ ਧਿਆਨ ਸੰਸਾਰ ਦੇ ਪਦਾਰਥਾਂ ਵਾਲੇ ਪਾਸੇ ਜੁੜਿਆ ਰਿਹਾ ਔਰ ਲੋਕਾਂ ਨੂੰ ਵਹਿਮਾਂ 'ਚ ਪਾ ਕੇ, ਭਰਮਾਂ ਦੇ ਵਿੱਚ ਪਾ ਕੇ ਉਹਨਾਂ ਨੇ ਠੱਗਣ ਦੇ ਯਤਨ ਕੀਤੇ ਤੇ ਗੁਰੂ ਸਾਹਿਬ ਜੀ ਨੂੰ ਉਸ ਸਮੇਂ ਦੇ ਧਾਰਮਿਕ ਰਹਿਬਰਾਂ ਦਾ ਜੀਵਨ ਕਿਰਦਾਰ ਦੱਸਣ ਵਾਸਤੇ ਇਹ ਬਚਨ ਕਹਿਣੇ ਪੈ ਗਏ, ਜਿਹੜੇ ਧਰਮ ਦੀ ਦੁਨੀਆ ਦੇ ਅੰਦਰ ਦੁਨੀਆ ਦੇ ਲੋਕਾਂ ਨੂੰ ਧਰਮ ਮਾਰਗ ਦਰਸ਼ਨ ਦੀ ਸੋਝੀ ਕਰਾਉਣ ਵਾਲੇ ਸਨ। ਜਦੋਂ ਉਹੀ ਧਰਮ ਦੇ ਮਾਰਗ ਤੋਂ ਭਟਕ ਗਏ ਤੇ ਗੁਰੂ ਸਾਹਿਬ ਜੀ ਨੂੰ ਇਹ ਬਚਨ ਕਹਿਣੇ ਪਏ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਗੁਰੂ ਪਾਤਸ਼ਾਹ ਕਹਿਣਗੇ ਜੋਗੀ ਨੂੰ ਵੀ ਇਸ ਗੱਲ ਦਾ ਗਿਆਨ ਨਹੀਂ ਕਿ ਧਰਮ ਦੇ ਮਾਰਗ ਦਰਸ਼ਨ ਤੇ ਕਿਵੇਂ ਚੱਲਿਆ ਜਾ ਸਕਦਾ ਹੈ, ਪਰਮਾਤਮਾ ਦੀ ਪ੍ਰਾਪਤੀ ਸੰਸਾਰ ਵਿੱਚ ਰਹਿੰਦੇ ਆ ਕਿਵੇਂ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਜੋਗੀ ਨੂੰ ਵੀ ਇੱਕ ਰੱਤੀ ਭਰ ਵੀ ਬੋਧ ਨਹੀਂ। ਜੇ ਗੱਲ ਕੱਪੜਿਆਂ ਦੀ ਕਰੀਏ ਕਿ ਇਕੱਲੇ ਕੱਪੜੇ ਪਾਉਣ ਦੇ ਨਾਲ ਮਨੁੱਖ ਜੋਗੀ ਨਹੀਂ ਬਣ ਜਾਂਦਾ, ਜਾਂ ਇਕੱਲੇ ਕੱਪੜੇ ਪਾਉਣ ਦੇ ਨਾਲ ਮਨੁੱਖ ਨੂੰ ਐਸਾ ਨਹੀਂ ਕਿ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੋਵੇਗੀ। ਔਰ ਸਾਧ ਸੰਗਤ, ਗੁਰੂ ਸਾਹਿਬ ਜੀ ਸਾਨੂੰ ਬੜੀ ਪਿਆਰੀ ਸਿੱਖਿਆ ਦੇ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਅਨਮੋਲ ਬਚਨ ਆਪਾਂ ਸਰਵਣ ਕਰਦੇ ਹਾਂ। ਬਾਬਾ ਨਾਨਕ ਜੀ ਦੇ ਬਚਨ ਨੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਨ੍ਹਾਂ ਦੇ ਅੰਦਰ ਰੱਬ ਦੇ ਨਾਲ ਪਿਆਰ ਹੈ, ਬਾਹਰੋਂ ਭਾਵੇਂ ਉਹਨਾਂ ਨੇ ਪਾਟੇ ਪੁਰਾਣੇ ਕੱਪੜੇ ਵੀ ਕਿਉਂ ਨਾ ਪਾਏ ਹੋਣ। ਜੇ ਗੱਲ ਕੱਪੜਿਆਂ ਦੀ ਕਰੀਏ, ਸਾਹਿਬ ਕਹਿੰਦੇ ਬਾਹਰੋਂ ਭਾਵੇਂ ਪਾਟੇ ਪੁਰਾਣੇ ਕੱਪੜੇ ਵੀ ਕਿਉਂ ਨਾ ਪਾਏ ਹੋਣ,
ਪਰ ਉਹਨਾਂ ਦੇ ਉੱਤੇ ਵੀ ਪਰਮਾਤਮਾ ਰੀਝ ਜਾਂਦਾ ਹੈ। ਜ਼ਰੂਰੀ ਨਹੀਂ ਕਿ ਰੱਬ ਕਿਸੇ ਦੇ ਕੱਪੜਿਆਂ ਤੇ ਰੀਝਦਾ ਹੈ। ਜੇ ਸਾਧ ਸੰਗਤ ਅਸੀਂ ਜੰਗਲਾਂ 'ਚ ਵੀ ਜੋਗੀ ਲੋਕ ਚਲਾ ਗਏ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਬਾਰੇ ਇੱਕ ਹੋਰ ਬੜਾ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ। ਸਾਹਿਬ ਕਹਿੰਦੇ, ਗ੍ਰਹਿ ਤਜ ਬਣ ਖੰਡ ਜਾਈਐ ਚੁਣ ਖਾਈਐ ਕੰਧਾ, ਅਜ ਹੂੰ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਪਾਤਸ਼ਾਹ ਕਹਿੰਦੇ ਕਿ ਜੇ ਘਰ-ਬਾਰ ਛੱਡ ਕੇ ਜੰਗਲਾਂ 'ਚ ਵੀ ਚਲਾ ਜਾਵਾਂਗੇ, ਉੱਥੇ ਜਾ ਕੇ ਵੀ ਰੱਬ ਦੀ ਬੰਦਗੀ ਕਰਨ ਲੱਗ ਪਵਾਂਗੇ, ਜੋਗੀਆਂ ਵਰਗੇ ਕੱਪੜੇ ਪਾ ਲਵਾਂਗੇ, ਪਰ ਸੱਚ ਇਹ ਹੈ ਮਨ ਤਾਂ ਉੱਥੇ ਜਾ ਕੇ ਵੀ ਵਿਕਾਰਾਂ ਤੋਂ ਖਹਿੜਾ ਛੱਡਣਾ ਨਹੀਂ ਚਾਹੁੰਦਾ। ਫਿਰ ਸਾਡੇ ਜੰਗਲਾਂ ਵਿੱਚ ਜਾਣ ਦਾ ਕੀ ਫਾਇਦਾ। ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੂੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੁੰਡੇ। ਰੱਬ ਤਾਂ ਸਾਡੇ ਅੰਦਰ ਵੱਸਦਾ ਸੀ, ਜੰਗਲਾਂ ਵਿੱਚ ਜਾ ਕੇ ਲੱਭਦੇ ਫਿਰਦੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਇਹ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ। ਤੇ ਗੋਰਖ ਮੱਥੇ ਦੀ ਧਰਤੀ ਦੇ ਉੱਤੇ, ਖਾਸ ਕਰਕੇ ਨਾਨਕ ਮੱਥੇ ਦੀ ਧਰਤੀ ਦੇ ਉੱਤੇ ਇਹਨਾਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਵਿਚਾਰ ਚਰਚਾ ਕੀਤੀ। ਵਿਚਾਰ ਚਰਚਾ ਵਿੱਚ ਜਿੱਤਣ ਦੇ ਯਤਨ ਕੀਤੇ। ਅਖੀਰ ਇਹਨਾਂ ਨੇ ਇੱਥੋਂ ਤੱਕ ਵੀ ਬਚਨ ਕੀਤੇ ਕਿ ਪ੍ਰਥਮੇ ਹਮਾਰੇ ਗੁਰ ਕੋ ਥਾਨਾ, ਗੋਰਖ ਮਤਾ ਨਾਮ ਸਭ ਥਾਨਾ। ਇਹ ਗੋਰਖ ਮੱਥੇ ਦੀ ਧਰਤੀ ਤੇ, ਜਿੱਥੇ ਆਮ ਤੌਰ ਦੇ ਉੱਤੇ ਉਸ ਧਰਤੀ ਦਾ ਨਾਮ ਗੋਰਖ ਮਤਾ ਕਰਕੇ ਜਾਣਿਆ ਜਾਂਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਗਏ, ਜੋਗੀਆਂ ਨਾਲ ਵਿਚਾਰ ਚਰਚਾ ਹੋਈ। ਜੋਗੀਆਂ ਨੇ ਕਈ ਪ੍ਰਕਾਰ ਦੇ ਬਾਬਾ ਨਾਨਕ ਜੀ ਨੂੰ ਜਿੱਤਣ ਵਾਸਤੇ ਦੰਭ ਤੇ ਪਖੰਡ ਰਚੇ। ਇੱਥੋਂ ਤੱਕ ਵੀ ਕਹਿ ਦਿੱਤਾ, ਬਾਬਾ ਨਾਨਕ ਜੀ, ਇਸ ਇਲਾਕੇ ਵਿੱਚ ਤੁਹਾਡੀ ਵਿਚਾਰ ਨਹੀਂ ਚੱਲਣੀ, ਕਿਉਂਕਿ ਇਸ ਇਲਾਕੇ ਵਿੱਚ ਸਾਡਾ ਪ੍ਰਭਾਵ ਹੈ। ਲੋਕ ਸਾਨੂੰ ਜਾਣਦੇ ਨੇ, ਲੋਕ ਸਾਡੀ ਵਿਚਾਰ ਨੂੰ ਜਾਣਦੇ ਨੇ। ਇਹ ਧਰਤੀ ਦੇ ਉੱਤੇ ਸਾਡਾ ਨਾਮ ਚੱਲਦਾ ਹੈ। ਬਾਬਾ ਨਾਨਕ ਜੀ ਨੇ ਜਦੋਂ ਉਸ ਧਰਤੀ ਤੇ ਮੁਬਾਰਕ ਚਰਨ ਪਾਏ, ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆ ਕੇ ਸਿਰ ਨਿਵਾਉਣਾ ਕੀਤਾ। ਜੋਗੀਆਂ ਨੂੰ ਇਹ ਗੱਲ ਠੀਕ ਨਾ ਜਾਪੀ। ਉਹਨਾਂ ਨੇ ਇੱਥੋਂ ਤੱਕ ਵੀ ਗੁਰੂ ਨਾਨਕ ਸਾਹਿਬ ਨੂੰ ਕਿਹਾ, ਬਾਬਾ ਨਾਨਕ ਜੀ, ਜੇ ਤੁਹਾਨੂੰ ਭਰੋਸਾ ਨਹੀਂ ਹੁੰਦਾ ਤੇ ਤੁਸੀਂ ਇਸ ਧਰਤੀ ਤੋਂ ਹੀ ਆਪਾਂ ਪੁੱਛ ਲੈਂਦੇ ਆ ਕਿ ਇਹ ਧਰਤੀ ਹੈ ਕਿਹਦੀ। ਔਰ ਸਾਧ ਸੰਗਤ, ਉਹਨਾਂ ਨੇ ਧਰਤੀ ਦੇ ਹੇਠਾਂ ਇੱਕ ਬੱਚੇ ਨੂੰ ਟੋਆ ਪੁੱਟ ਕੇ ਉਹਦੇ ਵਿੱਚ ਦੱਬ ਦਿੱਤਾ। ਇਹ ਵੀ ਇੱਕ ਪਖੰਡ ਰਚਿਆ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾਵੋ, ਇਸ ਇਲਾਕੇ ਦੇ ਲੋਕ ਤੁਹਾਨੂੰ ਇੱਥੇ ਮੰਨਣ ਵਾਸਤੇ ਤਿਆਰ ਨਹੀਂ। ਔਰ ਜਦੋਂ ਟੋਆ ਪੁੱਟ ਕੇ ਧਰਤੀ ਦੇ ਹੇਠਾਂ ਇੱਕ ਬੱਚੇ ਨੂੰ ਨੱਪਿਆ ਤੇ ਆਵਾਜ਼ ਮਾਰ ਕੇ ਜੋਗੀਆਂ ਨੇ ਕਿਹਾ, ਬਾਬਾ ਨਾਨਕ ਜੀ, ਆਪਾਂ ਧਰਤੀ ਤੋਂ ਪੁੱਛ ਲੈਂਦੇ ਆ, ਇਹ ਧਰਤੀ ਕਿਹਦੀ ਹੈ। ਬਾਬਾ ਨਾਨਕ ਜੀ ਕਹਿਣ ਲੱਗੇ, ਪੁੱਛ ਲੈਂਦੇ ਆ। ਜਦੋਂ ਆਵਾਜ਼ ਮਾਰੀ, ਹੇਠਾਂ ਵਾਲੇ ਪਾਸੇ ਤੋਂ ਬੱਚੇ ਨੇ ਆਵਾਜ਼ ਦਿੱਤੀ, ਗੋਰਖ ਮਤਾ, ਭਾਵ ਕਿ ਇਹ ਗੋਰਖ ਦੇ ਮਤ ਵਾਲਿਆਂ ਦੀ ਇਹ ਧਰਤੀ ਹੈ, ਇਹ ਇਲਾਕਾ ਹੈ, ਇਹ ਅਸਥਾਨ ਹੈ। ਬਾਬਾ ਨਾਨਕ ਜੀ ਨੇ ਉਹਨਾਂ ਦਾ ਪਖੰਡ ਉਘਾੜਿਆ। ਔਰ ਉਸ ਧਰਤੀ ਦੇ ਹੇਠਾਂ ਵਾਲੇ ਪਾਸੇ ਕੋਈ ਹੋਰ ਹੁੰਦਾ ਤੇ ਭਾਵੇਂ ਜੋਗੀਆਂ ਦੀ ਚਾਲ ਵਿੱਚ ਫਸ ਜਾਂਦਾ, ਪਰ ਗੁਰੂ ਨਾਨਕ ਸਾਹਿਬ ਨੂੰ ਕੌਣ ਭਰਮਾ ਸਕਦਾ ਸੀ। ਸਮਾਂ ਪਿਆ ਸਾਧ ਸੰਗਤ, ਇਸੇ ਧਰਤੀ ਦੇ ਉੱਤੇ ਭਾਈ ਅਲਮਸਤ ਜੀ ਸੇਵਾ ਕਰਨ ਲੱਗ ਪਏ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੀ। ਔਰ ਇਸ ਧਰਤੀ ਦਾ ਨਾਮ ਪੈ ਗਿਆ ਨਾਨਕ ਮਤਾ। ਅੱਜ ਜਿਸ ਧਰਤੀ ਨੂੰ ਆਪਾਂ ਨਾਨਕ ਮਤਾ ਕਹਿ ਕੇ ਸਜਦਾ ਕਰਦੇ ਹਾਂ, ਇੱਥੇ ਗੁਰੂ ਨਾਨਕ ਸਾਹਿਬ ਦੀ ਇਹ ਹੱਠ ਯੋਗ ਵਾਲਿਆਂ ਦੇ ਨਾਲ ਵਿਚਾਰ ਹੋਈ। ਕਿਉਂਕਿ ਗੁਰੂ ਸਾਹਿਬ ਜੀ ਦਾ ਸਿਧਾਂਤ ਸੀ, ਮਨ ਹੱਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੈ ਭਾਏ। ਪਾਸੇ ਕਹਿੰਦੇ ਕਿ ਮਨ ਹੱਠ ਦੇ ਦੁਆਰਾ ਕਦੇ ਵੀ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਇਸ ਧਰਤੀ ਤੇ ਰਹਿਣ ਵਾਲੇ ਭਾਈ ਅਲਮਸਤ ਜੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਸਨ, ਕਿ ਜੋਗੀ ਲੋਕਾਂ ਨੇ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਿਆਰੇ ਸੇਵਕ ਭਾਈ ਅਲਮਸਤ ਜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਬਾਰ-ਬਾਰ ਉਹਨਾਂ ਲਾਗੇ ਜਾ ਕੇ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਦੀਆਂ ਇਸ ਧਰਤੀ ਤੋਂ ਨਿਸ਼ਾਨੀਆਂ ਮਿਟਾਉਣ ਦੇ ਯਤਨ ਕੀਤੇ। ਕਿਉਂ? ਉਹ ਕਹਿੰਦੇ, ਗੋਰਖ ਮਤਾ ਹਮਾਰੇ ਗੁਰੂ ਦਾ ਇਹ ਥਾਂ ਹੈ, ਸਾਡੇ ਗੋਰਖ ਮੱਥਾ, ਸਾਡੇ ਗੁਰ ਕੋ ਥਾਨਾ। ਇਸ ਧਰਤੀ ਦਾ ਨਾਮ ਤੇ ਗੋਰਖ ਮਤਾ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦੇ
ਗੁਰ ਕੋ ਨਾਮ ਅਲੋਪ ਹੋਏ ਗਇਓ, ਨਾਨਕ ਨਾਮ ਜਗਤ ਵਿਦਤਿਓ। ਕਹਿੰਦੇ ਕਿ ਸਾਡੇ ਗੁਰੂ ਦਾ ਤੇ ਇੱਥੇ ਗੁਰੂ ਸਾਹਿਬ ਜੀ ਨੇ ਆ ਕੇ ਨਾਮ ਹੀ ਮਿਟਾ ਦਿੱਤਾ। ਇੱਥੇ ਗੁਰੂ ਨਾਨਕ ਦਾ ਨਾਮ ਵਿਦਤਿਓ ਤੋਂ ਭਾਵ ਕਿ ਇੱਥੇ ਗੁਰੂ ਨਾਨਕ ਦਾ ਨਾਮ ਪ੍ਰਗਟ ਹੋ ਗਿਆ। ਲੋਕ ਇਲਾਕੇ ਦੇ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਇਸ ਧਰਤੀ ਨੂੰ ਪੁਕਾਰਦੇ ਨੇ। ਇਸੇ ਕਰਕੇ ਭਾਈ ਅਲਮਸਤ ਜੀ ਨੂੰ ਉਹਨਾਂ ਨੇ ਇਸ ਧਰਤੀ ਤੋਂ ਬਾਹਰ ਕੱਢਣ ਵਾਸਤੇ, ਤਾਂ ਕਿ ਗੁਰੂ ਨਾਨਕ ਦੇ ਨਾਮ ਤੋਂ ਜਿੱਥੇ ਉਹ ਸੇਵਾ ਕਰਦੇ ਨੇ, ਜੇ ਭਾਈ ਅਲਮਸਤ ਜੀ ਚਲਾ ਜਾਣਗੇ ਤੇ ਸ਼ਾਇਦ ਮੁੜ ਕੇ ਇਸ ਧਰਤੀ ਦੇ ਉੱਤੇ ਗੋਰਖ ਦਾ ਨਾਮ ਵੱਜਣਾ ਸ਼ੁਰੂ ਹੋ ਜਾਵੇਗਾ। 8 ਜੋਗੀਆਂ ਦੀ ਗੱਲ ਸੰਸਾਰ ਤੇ ਚੱਲ ਪਵੇਗੀ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਉਸ ਧਰਤੀ ਤੇ ਪਹੁੰਚ ਕੇ ਵੇਖਿਆ, ਜਿਹੜਾ ਨਿਸ਼ਾਨੀ ਪਿੱਪਲ ਦੀ ਸੀ ਉਹਨੂੰ ਵੀ ਉਹਨਾਂ ਨੇ ਸਾੜਨ ਦੇ ਯਤਨ ਕੀਤੇ। ਹੋਰ ਵੀ ਕਈ ਪ੍ਰਕਾਰ ਦੇ ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਉਹਨਾਂ ਨੇ 8 ਜੋਗ ਵਾਲਿਆਂ ਨੇ ਵਿਚਾਰਾਂ ਕੀਤੀਆਂ। ਅਖੀਰ ਉਹਨਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਆਪਣੀ ਹੇਠੀ ਸਮਝਦਿਆਂ ਹੋਇਆਂ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾ ਕੇ ਆਪਣੇ ਕੀਤੇ ਹੋਏ ਕੁਕਰਮਾਂ ਦੀ ਮੁਆਫੀ ਮੰਗੀ। ਭਾਵ ਕਿ ਜਿਹੜੀਆਂ ਗਲਤੀਆਂ ਕੀਤੀਆਂ ਨੇ, ਗੁਰੂ ਨਾਨਕ ਸਾਹਿਬ ਦਾ ਨਾਮੋ ਨਿਸ਼ਾਨ ਇਸ ਧਰਤੀ ਤੋਂ ਮਿਟਾਉਣ ਵਾਸਤੇ, ਨਿਸ਼ਾਨੀਆਂ ਮਿਟਾਉਣ ਵਾਸਤੇ ਉਸ ਕੀਤੇ ਹੋਏ ਆਪਣੇ ਕਰਮਾਂ ਦੀ ਉਹਨਾਂ ਨੇ ਮੁਆਫੀ ਮੰਗੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ। ਔਰ ਸਾਧ ਸੰਗਤ, ਇੱਥੋਂ ਤੱਕ ਵੀ ਇਤਿਹਾਸ ਦੇ ਬੋਲ ਮੰਨੇ ਜਾਂਦੇ ਨੇ। ਇੱਕ ਸਮਾਂ ਆਇਆ ਸਾਧ ਸੰਗਤ, ਜਦੋਂ ਜੋਗੀਆਂ ਦੇ ਵਿੱਚ ਇਹ ਗੱਲ ਚੱਲ ਪਈ ਗੁਰੂ ਨਾਨਕ ਸਾਹਿਬ ਦੇ ਸਮੇਂ ਤੇ, ਕਿ ਅਸੀਂ ਤੇ ਘਰ-ਬਾਰ ਛੱਡ ਕੇ ਭਗਵੇਂ ਰੰਗ ਦੇ ਕੱਪੜੇ ਪਾ ਕੇ ਔਰ ਜੰਗਲਾਂ ਦੇ ਵਿੱਚ ਆ ਕੇ, ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਆ ਕੇ ਲੁਕ ਕੇ ਬੈਠ ਕੇ ਯੋਗ ਸਾਧਨਾ ਕਰਦੇ ਹਾਂ ਤੇ ਲੋਕ ਸਾਡਾ ਸਤਿਕਾਰ ਕਰਦੇ ਨੇ। ਤੇ ਇਹ ਸੁਣਨ ਵਿੱਚ ਆਇਆ ਕਿ ਗੁਰੂ ਨਾਨਕ ਸਾਹਿਬ ਨੇ ਤੇ ਚੱਲਦੇ ਫਿਰਦੇ ਇਨਸਾਨ ਨੂੰ ਭਗਵਾਨ ਰੂਪ ਬਣਾ ਦਿੱਤਾ ਹੈ। ਬਾਬਾ ਨਾਨਕ ਜੀ ਨੇ ਇੱਕ ਐਸਾ ਪੰਥ ਸੰਸਾਰ ਤੇ ਕਾਇਮ ਕਰ ਦਿੱਤਾ ਹੈ, ਜਿਹੜੇ ਪੰਥ ਦੇ ਪਾਂਧੀ, ਜਿਹੜੇ ਪੰਥ ਦੇ ਰਾਹੀ ਨਾ ਤੇ ਉਹ ਭਗਵੇਂ ਰੰਗ ਦੇ ਕੱਪੜੇ ਪਾਉਂਦੇ ਨੇ ਤੇ ਨਾ ਹੀ ਉਹ ਘਰ-ਬਾਰ ਤਿਆਗਦੇ ਨੇ। ਉਹ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਆਪਣੀਆਂ ਮਨ ਬਿਰਤੀਆਂ ਨੂੰ ਰੋਕ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ। ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੀ ਪ੍ਰਾਪਤੀ ਕਰ ਲੈਂਦੇ ਨੇ, ਕਿਉਂਕਿ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਉਹ ਕਹਿਣਗੇ ਆਪਾਂ ਸੁਣਿਆ ਕਿ ਘਰ ਬੈਠਿਆਂ ਹੀ ਗੁਰੂ ਦੇ ਉਪਦੇਸ਼ ਨਾਲ ਦੁਨੀਆ ਦੇ ਲੋਕਾਂ ਨੇ ਰੱਬ ਦੀ ਪ੍ਰਾਪਤੀ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦੇ ਇੱਕ ਜੋਗੀਆਂ ਦਾ ਬਹੁਤ ਵੱਡਾ ਟੋਲਾ ਕਰਤਾਰਪੁਰ ਦੀ ਧਰਤੀ ਤੇ ਇਹੀ ਵੇਖਣ ਵਾਸਤੇ ਗਿਆ ਕਿ ਆਪਾਂ ਉਹ ਰੱਬ ਰੂਪ ਇਨਸਾਨਾਂ ਦੇ ਦੀਦਾਰ ਤਾਂ ਕਰੀਏ। ਉਹ ਕੈਸੇ ਮਨੁੱਖ ਨੇ ਜਿਨ੍ਹਾਂ ਨੇ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੀ ਪ੍ਰਾਪਤੀ ਕਰ ਲਈ, ਪਰਮਾਤਮਾ ਦੇ ਨਾਲ ਜੁੜਨਾ ਕੀਤਾ, ਉਹ ਹੈ ਕੈਸੇ ਲੋਕ। ਵੱਡਾ ਟੋਲਾ ਜੋਗੀਆਂ ਦਾ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚਿਆ ਤੇ ਜਦੋਂ ਪਹੁੰਚੇ ਤੇ ਸਾਧ ਸੰਗਤ ਦੁਪਹਿਰ ਦਾ ਵਕਤ ਸੀ। ਦੁਪਹਿਰ ਦਾ ਵਕਤ, ਉਸ ਵਕਤ ਗੁਰੂ ਕੇ ਸਿੱਖ ਆਪਣੀ ਕਿਰਤ ਦੇ ਵਿੱਚ ਜੁੜੇ ਹੋਏ ਨੇ। ਕੋਈ ਲੱਕੜਾਂ ਲੈ ਕੇ ਆ ਰਿਹਾ ਗੁਰੂ ਕੇ ਲੰਗਰ ਵਾਸਤੇ, ਕੋਈ ਕੁਝ ਲੈ ਕੇ ਆ ਰਿਹਾ, ਕੋਈ ਕੁਝ ਲੈ ਕੇ ਆ ਰਿਹਾ, ਆਪੋ ਆਪਣੇ ਕੰਮਕਾਰ ਦੇ ਵਿੱਚ ਲੱਗੇ। ਔਰ ਜਦੋਂ ਜੋਗੀਆਂ ਦੇ ਟੋਲੇ ਨੇ ਜਾ ਕੇ ਗੁਰੂ ਕੇ ਸਿੱਖਾਂ ਦੀ ਕਿਰਤ ਵੇਖੀ ਤੇ ਭੁਲੇਖਾ ਖਾ ਗਏ। ਉਹ ਕਹਿੰਦੇ ਲੈ, ਐਸੇ ਸਿੱਖਾਂ ਵੱਲੋਂ ਦੁਨੀਆ ਦੇ ਲੋਕ ਕਹਿੰਦੇ ਨੇ ਕਿ ਬਾਬੇ ਨਾਨਕ ਨੇ ਆਪਣੇ ਕੋਲ ਰੱਬ ਰੂਪ ਰੱਖੇ ਹੋਏ ਨੇ, ਚੱਲਦੇ ਫਿਰਦੇ ਇਨਸਾਨ ਨੂੰ ਰੱਬ ਰੂਪ ਬਣਾ ਦਿੱਤਾ। ਕਹਿੰਦੇ ਇਹ ਤਾਂ ਬੰਦੇ ਵੀ ਨਹੀਂ ਜਾਪਦੇ, ਕਿਉਂਕਿ ਬੰਦੇ ਹੋਣ ਤੇ ਘੱਟੋ ਘੱਟ ਬੰਦਾ ਹੋਏ ਸੋ ਬੰਦਗੀ ਗਹਿ, ਘੱਟੋ ਘੱਟ ਰੱਬ ਦੀ ਬੰਦਗੀ ਤਾਂ ਕਰਨ। ਇਹ ਤੇ ਸੰਸਾਰਿਕ ਧੰਦਿਆਂ ਵਿੱਚ ਜੁੜੇ ਹੋਏ ਮਨੁੱਖ ਨੇ, ਇਹ ਰੱਬ ਰੂਪ ਕਿਵੇਂ ਹੋ ਸਕਦੇ ਨੇ? ਇਹ ਰੱਬ ਦੀ ਕਿਵੇਂ ਪ੍ਰਾਪਤੀ ਕਰ ਸਕਦੇ ਨੇ? ਸਤਿਗੁਰ ਕੇ ਉਪਦੇਸ਼ ਇਹ ਘਰ ਬੈਠਿਆਂ ਕਿਵੇਂ ਰੱਬ ਦੀ ਪ੍ਰਾਪਤੀ ਕਰ ਸਕਦੇ ਨੇ? ਹੋ ਹੀ ਨਹੀਂ ਸਕਦਾ। ਇਹ ਤਾਂ ਇਨਸਾਨ ਵੀ ਨਹੀਂ, ਭਗਵਾਨ ਰੂਪ ਕਹਿਣਾ ਤੇ ਬੜੀ ਦੂਰ ਦੀ ਗੱਲ ਹੈ। ਭੁਲੇਖਾ ਖਾ ਗਏ ਜੋਗੀ। ਜਦੋਂ ਦੁਪਹਿਰ ਦਾ ਵਕਤ ਸੀ, ਜੋਗੀਆਂ ਨੇ ਸਿੱਖਾਂ ਨੂੰ ਕਿਰਤ ਵਿੱਚ ਉਲਝਿਆਂ ਵੇਖ ਕੇ ਕਹਿ ਦਿੱਤਾ ਕਿ ਇਹ ਤਾਂ ਬੰਦੇ ਵੀ ਨਹੀਂ ਜਾਪਦੇ। ਸ਼ਾਮ ਦਾ ਵਕਤ ਹੋਇਆ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲਾ ਜਾਪ ਉਚਾਰਾ। ਇਹ ਕਰਤਾਰਪੁਰ ਦੀ ਧਰਤੀ ਦਾ ਨਿਯਮ ਸੀ। ਜਦੋਂ ਸੋਦਰ ਦਾ ਵਕਤ ਹੋਇਆ ਤੇ ਜਿਹੜੇ ਗੁਰੂ ਕੇ ਸਿੱਖ ਸਾਧ ਸੰਗਤ ਦਿਨ ਵੇਲੇ ਕਿਰਤ ਦੇ ਵਿੱਚ ਜੁੜੇ ਸਨ, ਸਾਰੇ ਇੱਕ ਥਾਂ ਦੇ ਉੱਤੇ ਧਰਮਸ਼ਾਲਾ 'ਚ ਇਕੱਠੇ ਹੋ ਗਏ। ਔਰ ਜਦੋਂ ਇੱਕ ਥਾਂ ਦੇ ਉੱਤੇ ਇਕੱਤਰ ਹੋਏ, ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ,
ਕਰੋ ਲਿਵ ਲਾਏ। ਜਦੋਂ ਉਹਨਾਂ ਇਕਾਗਰ ਚਿਤ ਹੋ ਕੇ ਬੈਠ ਕੇ 100 ਦਰ ਦਾ ਜਾਪ ਕੀਤਾ ਤੇ ਜੋਗੀ ਆਉਂਦਿਆਂ ਸਾਰ ਜਿਹੜੀ ਵਿਚਾਰ ਲੈ ਕੇ ਆਏ ਸਨ, ਵੇਖ ਕੇ ਕਹਿ ਗਏ ਸਨ ਕਿ ਇਹ ਤੇ ਬੰਦੇ ਵੀ ਨਹੀਂ ਜਾਪਦੇ। ਪਰ ਜਦੋਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਇਕੱਠਿਆਂ ਵੇਖਿਆ ਤੇ ਜੋਗੀਆਂ ਨੇ ਆਪ ਮੁਹਾਰੇ ਆਪਣੇ ਮੁਖ ਤੋਂ ਬਚਨ ਕਹੇ, ਕਹਿੰਦੇ ਨਹੀਂ, ਇਹ ਘੱਟੋ ਘੱਟ ਇਨਸਾਨ ਤੇ ਹੈ ਜਿਹੜੇ ਸ਼ਾਮ ਦੇ ਵਕਤ ਘੱਟੋ ਘੱਟ ਇਕੱਠੇ ਹੋ ਕੇ ਬਹਿ ਕੇ ਪ੍ਰਮਾਤਮਾ ਦੀ ਭਜਨ ਬੰਦਗੀ ਕਰ ਰਹੇ ਨੇ। ਕਹਿੰਦੇ ਇਨਸਾਨ ਹੈ, ਆਪਾਂ ਆਉਂਦਿਆਂ ਸਾਰ ਗਲਤੀ ਖਾ ਲਈ। ਬਾਬਾ ਨਾਨਕ ਜੀ ਨੇ ਰਾਤ ਰਹਿਣ ਵਾਸਤੇ ਬੇਨਤੀ ਕੀਤੀ। ਜੋਗੀਆਂ ਦਾ ਟੋਲਾ ਰਾਤ ਰੁਕਿਆ। ਹੁਣ ਜੋਗੀਆਂ ਤੇ ਸਵੇਰੇ ਅੰਮ੍ਰਿਤ ਵੇਲੇ ਲੇਟ ਹੀ ਉੱਠਣਾ ਸੀ, ਕਿਸੇ ਨੇ 7 ਵਜੇ, ਕਿਸੇ ਨੇ 8 ਵਜੇ। ਪਰ ਗੁਰੂ ਨਾਨਕ ਦੇ ਸਿੱਖ ਅੰਮ੍ਰਿਤ ਵੇਲੇ ਕੋਈ 3 ਵਜੇ, ਕੋਈ 4 ਵਜੇ, ਕੋਈ 2 ਵਜੇ ਉੱਠ ਕੇ ਇਸ਼ਨਾਨ ਪਾਣ ਕਰਕੇ ਫਿਰ ਅੰਮ੍ਰਿਤ ਵੇਲੇ ਜਾਪ ਉਚਾਰਾ, ਫਿਰ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਜੁੜ ਕੇ ਜਦੋਂ ਅੰਮ੍ਰਿਤ ਵੇਲੇ ਗੁਰਬਾਣੀ ਦੇ ਪੜ੍ਹੇ ਜਾਂਦੇ ਸ਼ਬਦਾਂ ਦੀ ਆਵਾਜ਼ ਇਹਨਾਂ ਜੋਗੀਆਂ ਦੇ ਕੰਨਾਂ ਵਿੱਚ ਪਈ, ਸਵੇਰ ਹੋਇਆ ਤੇ ਜੋਗੀਆਂ ਨੇ ਉਸ ਵਕਤ ਵਿਚਾਰ ਕਰਕੇ ਬਾਬਾ ਨਾਨਕ ਜੀ ਦੇ ਕੋਲ ਜਾ ਕੇ ਇਹ ਬੇਨਤੀ ਕੀਤੀ, ਬਾਬਾ ਨਾਨਕ ਜੀ, ਅਸੀਂ ਜਦੋਂ ਆਏ ਸੀ ਮਨ ਵਿੱਚ ਵਿਚਾਰ ਸੀ ਸਿੱਖਾਂ ਦੀ ਕਿਰਤ ਵੇਖ ਕੇ ਕਿ ਇਹ ਤਾਂ ਬੰਦੇ ਵੀ ਨਹੀਂ ਜਾਪਦੇ, ਪਰ ਸ਼ਾਮ ਦੇ ਵਕਤ ਇਹਨਾਂ ਨੂੰ ਜੁੜਿਆ ਹੋਇਆਂ ਨੂੰ ਦੇਖ ਕੇ ਅਸੀਂ ਬਚਨ ਕਹੇ ਇਹ ਤੇ ਬੰਦੇ ਨੇ। ਪਰ ਹੁਣ ਸਵੇਰ ਦੀ ਇਹਨਾਂ ਦੀ ਅੰਮ੍ਰਿਤ ਵੇਲੇ ਦੀ ਕਿਰਤ ਵੇਖ ਕੇ ਅਸੀਂ ਕਹਾਂਗੇ ਇਹ ਬੰਦੇ ਵੀ ਨਹੀਂ, ਅਸਲ ਇਹ ਤਾਂ ਦੇਵਤੇ ਨੇ। ਦੇਵਤੇ ਜਿਹੜੇ ਸ਼ਾਮ ਨੂੰ ਵੀ ਰੱਬ ਦੀ ਬੰਦਗੀ ਕਰਦੇ ਨੇ, ਸਵੇਰ ਵੇਲੇ ਵੀ ਰੱਬ ਦੀ ਬੰਦਗੀ ਕਰਦੇ। ਬਾਬਾ ਨਾਨਕ ਜੀ ਕਹਿੰਦੇ ਜੋਗੀ ਜੀ ਅਜੇ ਗੱਲ ਨਹੀਂ ਬਣੀ, ਦੁਪਹਿਰ ਤੱਕ ਠਹਿਰੋ, ਫਿਰ ਚਲਾ ਜਾਇਓ, ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਫਿਰ ਜਾਣਾ ਕਰਨਾ। ਜੋਗੀ ਲੋਕ ਦੁਪਹਿਰ ਤੱਕ ਠਹਿਰੇ ਤੇ ਜਦੋਂ ਅੰਮ੍ਰਿਤ ਵੇਲੇ ਦੀ ਸਮਾਪਤੀ ਹੋਈ ਨਾ ਦੀਵਾਨਾਂ ਦੀ, ਕੋਈ ਗਰੀਬ ਚੱਲ ਕੇ ਆਇਆ, ਗੁਰੂ ਕੇ ਸਿੱਖਾਂ ਨੇ ਉਹਦੀ ਮਦਦ ਕਰ ਦਿੱਤੀ, ਦੂਜਾ ਆਇਆ, ਤੀਜਾ ਆਇਆ, ਉਹਦੀ ਮਦਦ ਕਰ ਦਿੱਤੀ। ਕਈਆਂ ਨੇ ਆ ਕੇ ਪੁਕਾਰ ਕੀਤੀ ਮੇਰੀ ਬੱਚੀ ਦਾ ਵਿਆਹ ਕਰਨ ਵਾਲਾ, ਉਹਦੇ ਵਾਸਤੇ ਅੰਨ ਧਨ ਚਾਹੀਦਾ। ਗੁਰੂ ਕੇ ਸਿੱਖਾਂ ਨੇ ਆਪਣੀ ਕਿਰਤ ਦੇ ਵਿੱਚੋਂ ਜਿਹੜਾ ਦਸਵੰਧ ਕੱਢਿਆ ਸੀ ਉਹਦੇ ਵਿੱਚੋਂ ਉਹਨਾਂ ਦੀ ਸਹਾਇਤਾ ਕਰਨੀ ਕੀਤੀ। ਜਦੋਂ ਉਹਨਾਂ ਦੀ ਸਹਾਇਤਾ ਕੀਤੀ, ਦੁਖੀਆਂ ਦੇ ਦੁੱਖੜੇ ਦੂਰ ਕਰਦਿਆਂ ਜੋਗੀਆਂ ਨੇ ਆਪਣੀਆਂ ਅੱਖਾਂ ਦੇ ਨਾਲ ਗੁਰੂ ਕੇ ਸਿੱਖਾਂ ਨੂੰ ਤੱਕਿਆ ਤੇ ਜੋਗੀ ਲੋਕ ਆਪ ਮੁਹਾਰੇ ਆਪਣੇ ਮੁਖ ਤੋਂ ਕਹਿਣ ਤੋਂ ਸੰਕੋਚ ਨਾ ਕਰ ਸਕੇ, ਰਹਿ ਨਾ ਸਕੇ। ਉਹਨਾਂ ਚਲਦਿਆਂ ਚਲਦਿਆਂ ਗੁਰੂ ਕੇ ਸਿੱਖਾਂ ਦਾ ਵਿਵਹਾਰ ਵੇਖ ਕੇ, ਉਹਨਾਂ ਦੇ ਪਰ ਉਪਕਾਰ ਵੇਖ ਕੇ, ਉਹਨਾਂ ਦੀ ਕਿਰਤ ਵੇਖ ਕੇ ਇਹ ਬਚਨ ਕਹਿ ਦਿੱਤੇ, ਬਾਬਾ ਨਾਨਕ ਜੀ ਅਸੀਂ ਸੱਚ ਕਹਿੰਦੇ ਹਾਂ, ਵਾਕਈ ਜੋ ਕਿਸੇ ਨੇ ਸਾਡੇ ਕੰਨਾਂ ਵਿੱਚ ਸ਼ਬਦ ਕਹੇ ਸੀ ਕਿ ਆਪ ਜੀ ਨੇ ਚਲਦੇ ਫਿਰਦੇ ਇਨਸਾਨ ਨੂੰ ਭਗਵਾਨ ਰੂਪ ਬਣਾ ਦਿੱਤਾ ਹੈ, ਰੱਬ ਰੂਪ ਬਣਾ ਦਿੱਤਾ ਹੈ, ਇਹ ਵਾਕਈ ਇਹ ਤੁਸੀਂ ਰੱਬ ਰੂਪ ਆਪਣੇ ਦੇ ਕੋਲੋਂ ਬਿਠਾਇਆ ਹੋਇਆ, ਇਹ ਰੱਬ ਰੂਪ ਬਿਠਾਏ ਹੋਏ। ਵਾਕਈ ਗੁਰੂ ਨੇ ਉਪਦੇਸ਼ ਦੇ ਕੇ ਚਲਦੇ ਫਿਰਦੇ ਇਨਸਾਨ ਨੂੰ ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੀ। ਚਲਦੇ ਫਿਰਦੇ ਇਨਸਾਨ ਨੂੰ ਰੱਬ ਰੂਪ ਬਣਾ ਦਿੱਤਾ ਹੈ। ਇਸੇ ਕਰਕੇ ਆਪਾਂ ਬਚਨ ਕਹਿੰਦੇ ਆ, ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਨੂੰ ਇੱਕ ਪਲ ਨਹੀਂ ਲੱਗਿਆ ਉਪਦੇਸ਼ ਦੇ ਕੇ, ਚਲਦੇ ਫਿਰਦੇ ਇਨਸਾਨ ਨੂੰ ਰੱਬ ਰੂਪ ਬਣਾਉਂਦੇ ਆ। ਅੱਜ ਵੀ ਸਾਧ ਸੰਗਤ, ਜੇ ਕੋਈ ਮਨੁੱਖ ਸੰਸਾਰ ਵਿੱਚ ਰਹਿੰਦੇ ਆ ਨਿਰੰਕਾਰ ਦੇ ਨਾਲ ਜੁੜਦਾ, ਪਰਮਾਤਮਾ ਦਾ ਨਾਮ ਜਪਦਾ, ਵਾਹਿਗੁਰੂ ਦੀ ਬੰਦਗੀ ਕਰਦਾ, ਸੰਸਾਰ ਵਿੱਚ ਰਹਿੰਦੇ ਆ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਯਤਨ ਕਰਦਾ, ਤੇ ਸੱਚ ਜਾਣਿਓ ਉਹ ਚੱਲਦਾ ਫਿਰਦਾ ਇਨਸਾਨ ਰੱਬ ਰੂਪ ਹੋ ਸਕਦਾ ਹੈ। ਕਿਉਂਕਿ ਗੁਰਮਤਿ ਦਾ ਇਹ ਸਿਧਾਂਤ ਹੈ, ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਹਰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਿਉਂਕਿ ਗੁਰਮਤਿ ਦੇ ਗਾਡੀ ਰਾਹ ਤੇ ਚੱਲਦਿਆਂ ਗੁਰੂ ਕਾ ਸਿੱਖ ਕਦੇ ਭੇਖ ਨੂੰ, ਕਦੇ ਪਖੰਡ ਨੂੰ ਸੰਸਾਰ ਤੇ ਪਹਿਲ ਨਹੀਂ ਦਿੰਦਾ। ਗੱਲ ਕੱਪੜਿਆਂ ਦੀ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਜਿਹੜਾ ਸਾਰੇ ਸੰਸਾਰ ਨੂੰ ਇੱਕ ਨਜ਼ਰ ਦੇ ਨਾਲ ਤੱਕਦਾ ਹੈ, ਜਿਹੜਾ ਸਾਰੇ ਸੰਸਾਰ ਨੂੰ ਇੱਕ ਨਜ਼ਰੀਏ ਦੇ ਨਾਲ ਤੱਕਦਾ ਹੈ, ਸਾਰਿਆਂ ਦੇ ਵਿੱਚੋਂ ਇੱਕ ਨਿਰੰਕਾਰ ਨੂੰ ਵੇਖਦਾ ਹੈ, ਸੱਚ ਜਾਣਿਓ ਉਹੀ ਸੰਸਾਰ ਦੇ ਉੱਤੇ ਅਸਲੀ ਜੋਗੀ ਹੈ, ਜਿਹਨੇ ਮਨ ਬਿਰਤੀਆਂ ਨੂੰ ਰੋਕ ਕੇ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੀ ਪ੍ਰਾਪਤੀ ਕਰ ਲਈ।
ਅੱਜ ਦੇ ਮੁਬਾਰਕ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਐਸੀ ਹੀ ਸਿੱਖਿਆ ਦੇ ਰਹੇ ਨੇ। ਜੋਗ ਨ ਭਗਵੀ ਕਪੜੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਪਾਤਸ਼ਾਹ ਕਹਿੰਦੇ ਜ਼ਰੂਰੀ ਨਹੀਂ ਕਿ ਬੰਦਾ ਸੰਸਾਰ ਦੇ ਉੱਤੇ ਭਗਵੇਂ ਰੰਗ ਦੇ ਕੱਪੜੇ ਪਾ ਲਵੇ ਤੇ ਤਾਂ ਹੀ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ। ਹੁਣ ਸਾਧ ਸੰਗਤ, ਜੋਗ ਨਾ ਮੈਲੇ ਵੇਸ, ਕਈ ਐਸੇ ਵੀ ਮਨੁੱਖ ਨੇ ਜਿਹੜੇ ਸਾਰੀ ਜ਼ਿੰਦਗੀ ਮੈਲਾ ਵੇਸ ਸੰਸਾਰ ਤੇ ਧਾਰਨ ਕਰਕੇ ਰੱਖਦੇ ਨੇ, ਭਾਵ ਕਿ ਆਪਣੇ ਤਨ ਦੇ ਉੱਤੇ ਗੰਦਗੀ ਭਰੇ ਵਸਤਰ ਪਹਿਨ ਕੇ ਰੱਖਦੇ ਨੇ। ਆਪਾਂ ਕਈ ਵਾਰੀ ਇਹ ਵੀ ਸੋਚ ਲੈਂਦੇ ਆ ਕਿ ਸ਼ਾਇਦ ਵੇਖੋ ਇਹ ਬੰਦਾ ਜੰਗਲ ਵਿੱਚ ਰਹਿ ਰਿਹਾ, ਇਹਨੇ ਆਪਣੇ ਵਾਲਾਂ ਦੀਆਂ ਜਟਾਵਾਂ ਵਧਾਈਆਂ ਹੋਣੀਆਂ ਨੇ, ਇਹਨੇ ਬੜੀ ਬੰਦਗੀ ਕੀਤੀ ਹੋਵੇਗੀ, ਬੜਾ ਤਪ ਕੀਤਾ ਹੋਵੇਗਾ, ਭਾਵੇਂ ਕਿ ਉਹਨੇ ਕਦੇ ਇਸ਼ਨਾਨ ਨਾ ਕੀਤਾ ਹੋਵੇ। ਆਪਾਂ ਕਵਾਂਗੇ ਵੇਖੋ ਭਾਈ, ਇਹ ਬੰਦਾ ਵਾਕਈ ਰੱਬ ਨਾਲ ਜੁੜਿਆ ਹੋ ਸਕਦਾ, ਕਿਉਂਕਿ ਸਾਡੇ ਮਨ ਵਿੱਚ ਕਈ ਵਾਰੀ ਇਹ ਵੀ ਖਿਆਲ ਆਉਂਦੇ ਨੇ ਕਿ ਜਿਹੜਾ ਸੰਸਾਰ ਵਿੱਚ ਰਹਿੰਦੇ ਆ, ਹਰ ਰੋਜ਼ ਉੱਠਦਾ ਇਸ਼ਨਾਨ ਕਰਦਾ, ਤੇ ਇਹ ਤੇ ਬੰਦਾ ਗ੍ਰਸਤ ਨਾਲ ਜੁੜਿਆ ਹੋਇਆ, ਇਹ ਥੋੜਾ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ। ਮੈਲੇ ਕੁਚੈਲੇ ਕੱਪੜੇ ਪਾਏ ਹੋਣ, ਜੰਗਲ ਦੇ ਵਿੱਚ ਬੰਦਾ ਰਹਿੰਦਾ ਹੋਵੇ, ਤੇ ਫਿਰ ਆਪਾਂ ਸਮਝਦੇ ਹਾਂ ਬੱਲੇ ਬੱਲੇ ਇਸ ਬੰਦੇ ਨੇ ਜ਼ਰੂਰ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੋਵੇਗੀ, ਇਹਨੇ ਜ਼ਰੂਰ ਰੱਬ ਨਾਲ ਜੁੜਿਆ ਹੋਵੇਗਾ। ਪਰ ਗੁਰੂ ਸਾਹਿਬ ਜੀ ਨੇ ਇਹ ਬਚਨ ਕਹੇ ਕਿ ਮਨੁੱਖ ਨੂੰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਉਦਮ ਉਪਰਾਲਾ ਕਰਨਾ ਚਾਹੀਦਾ। ਔਰ ਸਾਧ ਸੰਗਤ, ਅਸੀਂ ਹਰ ਰੋਜ਼ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਇਹ ਬੋਲ ਪੜ੍ਹਦੇ ਹਾਂ ਕਿ ਮਨੁੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਧਿਆਨ ਜੋੜਨਾ ਚਾਹੀਦਾ। ਇਹੀ ਸਾਡੀ ਅਸਲ ਵਿੱਚ ਸੰਸਾਰ ਤੇ ਅਸਲੀ ਯੋਗ ਸਾਧਨਾ ਹੈ। ਅੰਜਣ ਦੇ ਵਿੱਚ ਰਹਿੰਦਿਆਂ ਹੋਇਆਂ, ਭਾਵ ਕਾਲਖ ਦੇ ਵਿੱਚ ਰਹਿੰਦਿਆਂ ਹੋਇਆਂ, ਕਾਲਖ ਤੋਂ ਰਹਿਤ ਹੋ ਕੇ ਜੀਵਨ ਗੁਜ਼ਾਰਨ ਕਰਨਾ, ਇਹ ਸੰਸਾਰ ਦੀ ਕਾਲਖ ਦੇ ਵਿੱਚ ਰਹਿੰਦੇ ਆ, ਕਾਲਖ ਤੋਂ ਰਹਿਤ ਹੋ ਕੇ ਜੀਵਨ ਗੁਜ਼ਾਰਨ ਕਰਨਾ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਪੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਜਿਵੇਂ ਜੋਗੀਆਂ ਨੇ ਜੇ ਪਿੰਡ ਦੇ ਵਿੱਚ ਆ ਜਾਣ ਤੇ ਸਾਧ ਸੰਗਤ, ਉਹਨਾਂ ਦੇ ਹੱਥ ਦੇ ਵਿੱਚ ਇੱਕ ਡੰਡਾ ਹੁੰਦਾ ਹੈ। ਕਾਹਦੇ ਵਾਸਤੇ? ਕੁੱਤਿਆਂ ਤੋਂ ਬਚਣ ਵਾਸਤੇ। ਗੁਰੂ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇ ਸਿੱਖ ਨੇ ਵੀ ਇੱਕ ਡੰਡਾ ਪਕੜਿਆ ਹੋਇਆ। ਕਾਹਦੇ ਵਾਸਤੇ? ਉਹਨੇ ਆਪਣੇ ਹੱਥ ਦੇ ਵਿੱਚ ਗਿਆਨ ਦਾ ਡੰਡਾ ਪਕੜਿਆ ਹੋਇਆ। ਇਹ ਗਿਆਨ ਦੇ ਡੰਡੇ ਦੇ ਦੁਆਰਾ ਆ ਵਿਕਾਰ ਰੂਪੀ ਕੁੱਤੇ ਜਿਹੜੇ ਮਨ ਦੇ ਵਿੱਚ ਭੌਂਕਦੇ ਨੇ ਨਾ, ਇਹਨਾਂ ਨੂੰ ਗੁਰੂ ਦਾ ਸਿੱਖ ਉਹ ਗਿਆਨ ਰੂਪੀ ਡੰਡੇ ਦੇ ਨਾਲ ਦੂਰ ਕਰ ਦਿੰਦਾ ਹੈ। ਭਾਵ ਕਿ ਗੁਰੂ ਦੇ ਸਿੱਖ ਨੇ ਜੁਗਤ ਡੰਡਾ ਪ੍ਰਤੀਤ, ਉਹਨੇ ਐਸੀ ਜੁਗਤੀ ਦਾ ਡੰਡਾ ਪਕੜਿਆ ਹੋਇਆ ਜਿਸ ਜੁਗਤੀ ਦੇ ਨਾਲ, ਗਿਆਨ ਦੀ ਜੁਗਤੀ ਦੇ ਨਾਲ, ਉਹ ਆਪਣੇ ਅੰਦਰ ਦੇ ਮਨ ਦੇ ਵਿਕਾਰਾਂ ਰੂਪੀ ਕੁੱਤੇ ਜਿਹੜੇ ਭੌਂਕਦੇ ਨੇ, ਉਹਨਾਂ ਨੂੰ ਉਸੇ ਵਕਤ ਉਹ ਠੱਲ ਪਾ ਲੈਂਦਾ ਹੈ। ਇਸੇ ਤਰ੍ਹਾਂ ਇਹ ਗੁਰਮੁਖ ਨੇ ਗੁਰਮਤ ਦੀ ਜੁਗਤੀ ਦੇ ਅਨੁਸਾਰ ਆਪਣੇ ਜੀਵਨ ਨੂੰ ਗੁਰਮੁਖ ਜੋਗੀ ਜਾਗਦੇ, ਗੁਰਮੁਖ ਜੋਗੀ ਬਣ ਕੇ ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਆਪੇ ਨੂੰ ਜੋੜਿਆ ਹੋਇਆ। ਨਾਨਕ ਘਰ ਬੈਠਿਆਂ ਜੋਗ ਪਾਈਐ, ਤੇ ਘਰ ਬੈਠਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਨਿਰੰਕਾਰ ਦੀ ਪ੍ਰਾਪਤੀ ਕਰਨੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਉਪਦੇਸ਼ ਬਖਸ਼ ਰਹੇ ਹਨ। ਚਾਰੇ ਕੁੰਡਾਂ ਜੇ ਭਵੇ, ਵੇਦ ਪੜ੍ਹੇ ਜੁਗ ਚਾਰ, ਨਾਨਕ ਸਾਚਾ ਭੇਟੈ ਹਰ ਮਨ ਵਸੈ, ਪਾਵੇ ਮੋਖ ਦੁਆਰ। ਪਾਤਸ਼ਾਹ ਕਹਿੰਦੇ ਕਿ ਜੇ ਕੋਈ ਬੰਦਾ ਦੁਨੀਆ ਦੇ ਚਾਰੇ ਕੁੰਟਾਂ ਤੇ ਭਵ ਲਵੇ, ਭਾਵ ਕਿ ਭੱਜ ਲਵੇ, ਤੇ ਇੱਥੋਂ ਤੱਕ ਸਾਰੇ ਸੰਸਾਰ ਦੇ ਉੱਤੇ ਭਟਕ ਲਵੇ, ਦੌੜ ਕੇ ਵੇਖ ਲਵੇ, ਇੱਥੋਂ ਤੱਕ ਚਾਰ ਵੇਦਾਂ ਦਾ ਗਿਆਤਾ ਵੀ ਹੋ ਜਾਵੇ, ਰਿਗ ਵੇਦ, ਜੁਜਰ ਵੇਦ, ਸਾਮ ਵੇਦ, ਅਥਰਵ ਵੇਦ, ਇਹ ਚਾਰੇ ਵੇਦਾਂ ਦਾ ਗਿਆਤਾ ਵੀ ਹੋ ਜਾਵੇ, ਇਹਨਾਂ ਦਾ ਗਿਆਨ ਵੀ ਰੱਖਦਾ ਹੋਵੇ, ਪਰ ਫਿਰ ਵੀ ਉਹਨੂੰ ਆਪਣੀਆਂ ਮਨ ਬਿਰਤੀਆਂ ਰੋਕ ਕੇ ਪਰਮਾਤਮਾ ਦੀ ਪ੍ਰਾਪਤੀ ਕਰਨ ਦੀ ਸੋਝੀ ਨਾ ਹੋਵੇ, ਨਾ ਤੇ ਉਹਦੇ ਚਾਰੇ ਕੁੰਟਾਂ ਦੇ ਉੱਤੇ ਪਰ ਸੰਸਾਰ ਤੇ ਭ੍ਰਮਣ ਕਰਨ ਦਾ ਕੋਈ ਫਾਇਦਾ, ਤੇ ਨਾ ਇਹਨਾਂ ਗਿਆਨ ਰੱਖਣ ਦਾ ਕੋਈ ਫਾਇਦਾ।
ਭਾਵ ਕਿ ਗਿਆਨ ਦਾ ਫਾਇਦਾ ਤੇ ਤਾਂ ਹੀ ਹੈ ਨਾ ਜੇ ਬੰਦੇ ਨੂੰ ਵਿਕਾਰਾਂ ਬਾਰੇ ਵੀ ਸੋਝੀ ਹੋ ਜਾਵੇ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਵਿਨਾਸ਼ ਪੰਚ ਰੋਗ ਅਸਾਧ ਜਾਮੈ ਤਾਕੀ ਕੇਤਕ ਆਸ। ਗਿਆਨ ਦਾ ਵੀ ਫਾਇਦਾ ਤਾਂ ਹੀ ਹੈ ਨਾ ਸਾਧ ਸੰਗਤ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਧਾਰਮਿਕ ਗ੍ਰੰਥ ਸੰਸਾਰ ਦੀ ਪੁਕਾਰ ਕੇ ਕਹਿ ਰਹੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਾਰਾ ਕੁਝ ਸੰਸਾਰ ਦੇ ਉੱਤੇ ਵਿਅਰਥ ਹੈ। ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਜੇ ਮਨੁੱਖ ਸੰਸਾਰ ਦੇ ਉੱਤੇ ਚਾਰੇ ਕੁੰਡਾਂ ਜੇ ਭਵੇ ਭਾਵੇਂ ਸਾਰੇ ਸੰਸਾਰ ਤੇ ਭਟਕੇ ਵੇਖ ਲਵੇ ਤਾਂ ਵੀ ਸਾਧ ਸੰਗਤ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ, ਕਿਉਂਕਿ ਭ੍ਰਮਣ ਕਰਨ ਦੇ ਨਾਲ ਸੰਸਾਰ ਦੇ ਉੱਤੇ ਭਟਕਣ ਦੇ ਨਾਲ ਕਦੇ ਰੱਬ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਜੇ ਸਾਡੇ ਮਨ ਵਿੱਚ ਇਹ ਵਿਚਾਰ ਹੋਵੇ ਕਿ ਸ਼ਾਇਦ ਸੰਸਾਰ ਦਾ ਭ੍ਰਮਣ ਕੀਤੇ ਆਈ ਰੱਬ ਦੀ ਪ੍ਰਾਪਤੀ ਹੋ ਜਾਵੇਗੀ, ਗੁਰੂ ਸਾਹਿਬ ਜੀ ਕਹਿੰਦੇ ਨਹੀਂ। ਜੇ ਆਪਾਂ ਇਹ ਵਿਚਾਰ ਕੇ ਕਰੀਏ ਕਿ ਸ਼ਾਇਦ ਸੰਸਾਰ ਤੇ ਗਿਆਨ ਪ੍ਰਾਪਤ ਕੀਤੇ ਆਈ, ਵੱਧ ਤੋਂ ਵੱਧ ਧਾਰਮਿਕ ਗ੍ਰੰਥਾਂ ਨੂੰ ਸੰਸਾਰ ਦੇ ਉੱਤੇ ਪੜ੍ਹੀ ਜਾਈਏ ਤੇ ਸ਼ਾਇਦ ਪੜ੍ਹਿਆ ਹੀ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਪਾਤਸ਼ਾਹ ਕਹਿਣਗੇ ਨਹੀਂ, ਇਦਾਂ ਤੇ ਭਾਵੇਂ ਕੋਈ 4 ਵੇਦਾਂ ਦਾ ਗਿਆਤਾ ਵੀ ਕਿਉਂ ਨਾ ਹੋ ਜਾਵੇ, ਨਾਨਕ ਸਾਚਾ ਭੇਟੈ ਹਰ ਮਨ ਵਸੈ। ਪਰ ਜਿੰਨਾ ਚਿਰ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਮਨੁੱਖ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਨਹੀਂ ਜੁੜਦਾ, ਪਰਮਾਤਮਾ ਦੀ ਬੰਦਗੀ ਦੇ ਨਾਲ ਨਹੀਂ ਜੁੜਦਾ, ਪਾਤਸ਼ਾਹ ਕਹਿੰਦੇ ਉਹਨਾਂ ਚਿਰ ਇਹ ਮੋਕਸ਼ ਦੁਆਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਮੋਕਸ਼ ਦੁਆਰ ਕੀ ਹੈ? ਮੁਕਤੀ ਦਾ ਦਰ ਪ੍ਰਾਪਤ ਕਰਨਾ, ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ, ਪਰਮਾਤਮਾ ਦੇ ਵਿੱਚ ਅਭੇਦ ਹੋ ਜਾਣਾ। ਪਾਤਸ਼ਾਹ ਕਹਿਣਗੇ ਇਕੱਲਾ ਗਿਆਨ ਵੀ ਉਸ ਵਕਤ ਕੰਮ ਨਹੀਂ ਆਉਂਦਾ ਜੇ ਬੰਦਾ ਸਾਰਾ ਕੁਝ ਗਿਆਨ ਵੀ ਰੱਖਦਾ ਹੋਵੇ, ਪਰ ਜੇ ਉਹ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕਰਦਾ, ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਪਰਮਾਤਮਾ ਦਾ ਨਾਮ ਨਹੀਂ ਜਪਦਾ, ਉਹ ਕਦੇ ਵੀ ਹੋਰ ਕਿਸੇ ਤਰੀਕੇ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ। ਭਾਵ ਕਿ ਪਰਮਾਤਮਾ ਦਾ ਨਾਮ ਜਪੇ ਤੋਂ ਬਿਨਾਂ, ਵਾਹਿਗੁਰੂ ਦੀ ਬੰਦਗੀ ਕੀਤੇ ਤੋਂ ਬਿਨਾਂ, ਪਰਮਾਤਮਾ ਦੇ ਸਿਮਰਨ ਨਾਲ ਜੁੜੇ ਤੋਂ ਬਿਨਾਂ ਕਦੇ ਵੀ ਪਰਮਾਤਮਾ ਦੀ ਸੰਸਾਰ ਦੇ ਉੱਤੇ ਨਿਰੰਕਾਰ ਦੇ ਵਿੱਚ ਅਭੇਦ ਹੋ ਕੇ ਮੋਕਸ਼ ਦੁਆਰ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਸਾਨੂੰ ਸੰਸਾਰ ਦੇ ਵਿੱਚ ਧਰਮ ਦਾ ਬਾਣਾ ਪਾ ਕੇ ਰੱਬ ਦੀ ਪ੍ਰਾਪਤੀ ਕਰਨ ਵਾਲਿਆਂ ਦੇ ਇਸ ਭੇਖ ਦੇ ਉੱਤੋਂ ਸੁਚੇਤ ਕੀਤਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਆਪਾਂ ਜੁੜ ਜਾਈਏ ਤੇ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੀ ਪ੍ਰਾਪਤੀ ਬੜੇ ਸੁਖਾਲੇ ਜਿਹੇ ਤਰੀਕੇ ਦੇ ਨਾਲ ਸਾਨੂੰ ਹੋ ਸਕਦੀ ਹੈ। ਜਿਵੇਂ ਆਪਾਂ ਕਹਿੰਦੇ ਆ ਕਿ ਜੇ ਕੋਈ ਮਨੁੱਖ ਸੰਸਾਰ ਦੇ ਉੱਤੇ ਸਾਧ ਸੰਗਤ ਸਾਪ ਕੁੰਚ ਛੋੜੈ ਬਿਖ ਨਹੀਂ ਛਾੜੈ ਉਦਕ ਮਾਹੀ ਜੈਸੇ ਬੱਗ ਧਿਆਨ ਮਾਢੈ। ਜੇ ਕੋਈ ਬੰਦਾ ਸੱਪ ਦੀ ਤਰ੍ਹਾਂ ਸਾਧ ਸੰਗਤ ਆਪਣੀ ਤਨ ਦੇ ਉੱਤੇ, ਗੁਰੂ ਸਾਹਿਬ ਜੀ ਕਹਿੰਦੇ ਸੱਪ ਜਿਹੜਾ ਹੁੰਦਾ ਹੈ ਨਾ ਉਹ ਆਪਣੇ ਤਨ ਦੀ ਕੁੰਜ ਤੇ ਉਤਾਰ ਦਿੰਦਾ ਪਰ ਅੰਦਰੋਂ ਜ਼ਹਿਰ ਨਹੀਂ ਛੱਡਦਾ। ਇਸੇ ਤਰ੍ਹਾਂ ਜੇ ਅਸੀਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਰੰਗ ਬਰੰਗੇ ਬਸਤਰ ਤੇ ਧਾਰਨ ਕਰ ਲਵਾਂਗੇ, ਪਰ ਜੇ ਸਾਧ ਸੰਗਤ ਅੰਦਰੋਂ ਵਿਕਾਰਾਂ ਦਾ ਜ਼ਹਿਰ ਨਹੀਂ ਨਾ ਛੱਡਿਆ ਤੇ ਸੱਚ ਜਾਣਿਓ ਅਸੀਂ ਕਦੇ ਵੀ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ। ਕੱਪੜੇ ਜਿੰਨੇ ਮਰਜ਼ੀ ਰੰਗ ਦੇ ਪਾਈ ਜਾਈਏ, ਕੱਪੜੇ ਜਿੰਨੇ ਮਰਜ਼ੀ ਰੰਗ ਦੇ ਭੇਖ ਧਾਰਨ ਕਰੀ ਜਾਈਏ, ਪਰ ਜਿੰਨਾ ਚਿਰ ਆਪਣੇ ਅੰਦਰ ਦਾ ਵਿਕਾਰਾਂ ਦਾ ਜ਼ਹਿਰ ਨਹੀਂ ਛੱਡਾਂਗੇ ਉਹਨਾਂ ਚਿਰ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ। ਗੱਜ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਏ ਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਐ ਬਾ ਨਾਰਸ ਕੇ ਠੱਗ। ਗੁਰੂ ਸਾਹਿਬ ਜੀ ਕਹਿੰਦੇ ਐਸੇ ਮਨੁੱਖ ਜਿਨ੍ਹਾਂ ਨੇ ਕੇਵਲ ਤੇ ਕੇਵਲ ਦੁਨੀਆ ਦੇ ਉੱਤੇ ਰੰਗ ਬਰੰਗੇ ਕੱਪੜੇ ਧਾਰਨ ਕੀਤੇ ਹੋਏ ਨੇ ਤੇ ਸਤਿਗੁਰੂ ਪਾਤਸ਼ਾਹ ਕਹਿਣਗੇ ਐਸੇ ਮਨੁੱਖ ਕਦੇ ਵੀ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦੇ। ਇਕੱਲੇ ਬਸਤਰ ਧਾਰਨ ਕਰਨ ਦੇ ਨਾਲ ਰੰਗ ਬਰੰਗੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਜਾਣੀ। ਪਰਮਾਤਮਾ ਦੀ ਪ੍ਰਾਪਤੀ ਤੇ ਉਸ ਦਿਨ ਹੋਵੇਗੀ ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ, ਪਰਮਾਤਮਾ ਦੀ ਬੰਦਗੀ ਨਾਲ ਜੁੜਾਂਗੇ। ਸਾਡੇ 'ਚ ਵੀ ਕਈ ਐਸੇ ਹੈ ਸਾਧ ਸੰਗਤ ਜਿਨ੍ਹਾਂ ਨੇ ਸ਼ਾਇਦ ਆਪਣੇ ਤਨ ਦੇ ਉੱਤੇ ਪਾਉਣ ਵਾਲੇ ਵਸਤਰਾਂ ਨੂੰ ਇੱਕ ਧਾਰਮਿਕ ਨਿਯਮ ਸਮਝ ਲਿਆ। ਨਹੀਂ ਜੀ ਅਸੀਂ ਪਜਾਮਾ ਨਹੀਂ ਪਾਉਣਾ, ਪਜਾਮਾ ਪਾਇਆ ਪਤਾ ਨਹੀਂ ਸਾਡਾ ਕੀ ਹੋ ਜਾਵੇਗਾ। ਤਨ ਦੇ ਉੱਤੇ ਪਾਉਣ ਵਾਲੇ ਵਸਤਰਾਂ ਨੂੰ ਹੀ ਅਸੀਂ ਆਪਣੇ ਵੱਖਰੇ ਵੱਖਰੇ ਲਿਬਾਸ ਸਮਝ ਲਏ ਕਿ ਸ਼ਾਇਦ ਏਦਾਂ ਕੀਤੇ ਗੁਰੂ ਖੁਸ਼ ਹੁੰਦਾ ਹੋਵੇਗਾ। ਪਰ ਗੁਰੂ ਸਾਹਿਬ ਜੀ ਤੇ ਸਾਨੂੰ ਵਿਸ਼ੇਸ਼ ਤੌਰ ਤੇ ਸਮਝਾਉਂਦੇ ਨੇ ਜੇ ਜੋਗੀ ਏਦਾਂ ਦੇ ਕੱਪੜੇ ਪਾ ਕੇ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ ਤੇ ਅਸੀਂ ਵੀ ਸੰਸਾਰ ਵਿੱਚ ਰਹਿੰਦੇ ਆ ਜੇ ਏਦਾਂ ਦੇ ਕਰਮ ਕਰਾਂਗੇ ਤੇ ਸੱਚ ਜਾਣਿਓ ਜੇ ਇਕੱਲਾ ਵਸਤਰਾਂ ਤੱਕ ਸਾਡਾ ਧਿਆਨ ਹੋਵੇਗਾ
ਅਸੀਂ ਵੀ ਸੰਸਾਰ ਵਿੱਚ ਰਹਿੰਦਿਆਂ ਇਦਾਂ ਦੇ ਪਖੰਡ ਕੀਤਿਆਂ ਕਦੇ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ, ਪਰਮਾਤਮਾ ਨੂੰ ਨਹੀਂ ਪਾ ਸਕਾਂਗੇ। ਇਸੇ ਕਰਕੇ ਬਾਬਾ ਨਾਨਕ ਜੀ ਨੇ ਸਾਨੂੰ ਇਹ ਬਚਨ ਸਮਝਾਏ, ਜੇ ਕੋਈ ਮਨੁੱਖ ਰੱਬ ਦੇ ਨਾਲ ਅੰਦਰੋਂ ਜੁੜਿਆ ਹੋਵੇ ਤੇ ਬਾਹਰੀ ਤੌਰ ਦੇ ਉੱਤੇ ਭਾਵੇਂ ਉਹਨੇ ਜਿੱਦਾਂ ਦੇ ਮਰਜ਼ੀ ਵਸਤਰ ਪਾਏ ਹੋਣ, ਜੇ ਉਹ ਅੰਦਰੋਂ ਰੱਬ ਦੇ ਨਾਲ ਜੁੜਿਆ ਤੇ ਸੱਚ ਜਾਣਿਓ ਉਹਦਾ ਸੰਸਾਰ ਤੇ ਆਇਆ ਸਫਲ ਹੈ। ਤੇ ਜੇ ਸਾਧ ਸੰਗਤ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਜੇ ਮਨ ਵਿੱਚ ਕੁਝ ਹੋਰ ਹੋਵੇ, ਮੁਖ ਤੋਂ ਕੁਝ ਹੋਰ ਕਹਿ ਰਹੀ ਹੋਈਏ, ਕੇਵਲ ਦੁਨੀਆ ਦੇ ਉੱਤੇ ਲੋਕ ਦਿਖਾਵਾ ਕਰਦੇ ਹੋਈਏ, ਤੇ ਲੋਕ ਦਿਖਾਵਾ ਕੀਤਿਆਂ ਕਦੇ ਵੀ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਲੋਕ ਦਿਖਾਵਾ ਕੀਤਿਆਂ ਕਦੇ ਵੀ ਪਰਮਾਤਮਾ ਜਿਹੜਾ ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕੇਗਾ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਲੋਗਨ ਰਾਮ ਖਿਲਾਉਣਾ ਜਾਣਾ। ਕਈ ਐਸੇ ਨੇ ਸਾਡੇ ਚੋਂ ਜਿਨ੍ਹਾਂ ਨੇ ਰੱਬ ਖਿਡਾਉਣਾ ਸਮਝਿਆ ਹੋਇਆ ਹੈ। ਲੋਕਪਤੀ ਨੇ ਕਛੂ ਨਾ ਹੋਵੈ, ਨਾ ਹੀ ਰਾਮ ਇਆਣਾ। ਲੋਕਾਂ ਦੇ ਭਤੀਜਣ ਦੇ ਨਾਲ ਰੱਬ ਸਾਡੇ ਬਾਹਰ ਦੇ ਭੇਖ, ਸਾਡਾ ਲਿਬਾਸ ਦੇਖ ਕੇ ਕਦੇ ਨਹੀਂ ਭਤੀਜੇਗਾ। ਗੁਰੂ ਸਾਹਿਬ ਜੀ ਨੇ ਬੜੇ ਵਧੀਆ ਸੁਚੱਜੇ ਢੰਗ ਦੇ ਨਾਲ ਸਾਡੇ ਮਨ ਦਾ ਇਹ ਸ਼ੰਕਾ ਦੂਰ ਕੀਤਾ ਹੈ ਕਿ ਅਸੀਂ ਘਰ ਬੈਠੇ ਹਾਂ, ਗੁਰੂ ਦਾ ਉਪਦੇਸ਼ ਧਾਰਨ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਸਿਧਾਂਤਾਂ ਨੂੰ ਜੀਵਨ ਵਿੱਚ ਅਪਣਾ ਕੇ ਸੰਸਾਰ ਵਿੱਚ ਰਹਿੰਦੇ ਆ, ਨਿਰੰਕਾਰ ਦੀ ਪ੍ਰਾਪਤੀ ਬੜੇ ਸੁਖਾਲੇ ਜਿਹੇ ਢੰਗ ਦੇ ਨਾਲ ਕਰ ਸਕਦੇ। ਸਾਧ ਸੰਗਤ, ਭਾਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੰਸਾਰ ਵਿੱਚ ਰਹਿੰਦੇ ਆ, ਨਿਰੰਕਾਰ ਦੀ ਪ੍ਰਾਪਤੀ ਵਾਸਤੇ ਲੋਕਾਂ ਨੇ ਵੱਖ-ਵੱਖ ਕਿਸਮ ਦੇ ਮਾਰਗ ਦਰਸ਼ਨ ਅਪਣਾਏ ਹੋਏ ਸਨ। ਕੋਈ ਜੋਗੀਆਂ ਦੀ ਤਰ੍ਹਾਂ ਕਹਿ ਰਿਹਾ ਸੀ ਘਰ-ਬਾਰ ਛੱਡ ਕੇ ਜੰਗਲਾਂ 'ਚ ਚਲਾ ਜਾਣਾ ਚਾਹੀਦਾ, ਤਪ ਕਰਨਾ ਚਾਹੀਦਾ, ਤਾਂ ਰੱਬ ਦੀ ਪ੍ਰਾਪਤੀ ਹੁੰਦੀ। ਕੋਈ ਕਹਿੰਦਾ ਨਹੀਂ ਜੀ, ਜ਼ਰੂਰੀ ਨਹੀਂ ਕਿ ਘਰ-ਬਾਰ ਛੱਡੀਏ, ਖੂਹਾਂ ਦੇ ਵਿੱਚ ਪੁੱਠਾ ਲੜਕ ਜਾਈਏ ਤਾਂ ਰੱਬ ਦੀ ਪ੍ਰਾਪਤੀ ਹੋ ਜਾਂਦੀ। ਕੋਈ ਕਹਿੰਦਾ ਨਹੀਂ ਜੀ, ਇੱਦਾਂ ਨਹੀਂ, ਜੇ ਆਪਾਂ ਕੇਸ ਕਿੱਲੀ ਨਾਲ ਬੰਨ੍ਹ ਕੇ ਸਾਰੀ ਰਾਤ ਸੌਵਾਂਗੇ ਨਹੀਂ ਤਾਂ ਰੱਬ ਦੀ ਪ੍ਰਾਪਤੀ ਹੋਵੇਗੀ। ਇਹ ਐਸੇ ਦੁਨੀਆ ਦੇ ਲੋਕਾਂ ਨੇ ਤਰੀਕੇ ਅਪਣਾਏ ਸਨ। ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਘਰ ਬੈਠਿਆਂ ਵੀ ਸਾਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਆਪਣੇ ਪੱਲੇ ਬੰਨ੍ਹ ਲਈਏ। ਮੈਂ ਇੱਕ ਬੇਨਤੀ ਕਹਿਣ ਲੱਗਾ ਸਾਧ ਸੰਗਤ, ਜ਼ਰੂਰ ਧਿਆਨ ਦੇ ਕੇ ਸਰਵਣ ਕਰਨਾ। ਵੈਸੇ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਜੀਵਨ 'ਚ ਬੜੀ ਵੱਡੀ ਸਾਨੂੰ ਸਿੱਖਿਆ ਦੇ ਕੇ ਜਾਂਦੀਆਂ ਨੇ। ਜਿਵੇਂ ਕਹਿੰਦੇ ਆਮ ਤੌਰ ਤੇ ਅਸੀਂ ਪਹਿਲੇ ਸਮਿਆਂ 'ਚ, ਕਿ ਹੁਣ ਵੀ ਆਪਾਂ ਕਈ ਵਾਰੀ ਸਿਆਣੇ ਮਾਂ-ਬਾਪ ਜਦੋਂ ਆਪਣੀ ਬੱਚੀ ਦਾ ਵਿਆਹ ਕਰਦੇ ਨੇ ਨਾ, ਤੇ ਬੱਚੀ ਨੂੰ ਇੱਕ ਸਿੱਖਿਆ ਦਿੰਦੇ ਨੇ। ਪਤਾ ਕੀ ਕਹਿੰਦੇ ਨੇ? ਬੱਚੀ ਇਹ ਗੱਲ ਯਾਦ ਰੱਖੀ, ਤੇਰਾ ਪਤੀ ਹੀ ਤੇਰੇ ਵਾਸਤੇ ਪਰਮੇਸ਼ਰ ਹੈ। ਬੱਚੀਏ ਇਹ ਗੱਲ ਯਾਦ ਰੱਖੀ, ਤੇਰਾ ਪਤੀ ਹੀ ਤੇਰੇ ਵਾਸਤੇ ਪਰਮੇਸ਼ਰ ਹੈ। ਤੇ ਜੇ ਤੂੰ ਪਤੀ ਦੀ ਸੇਵਾ ਕਰੇਂਗੀ ਤੇ ਘਰ ਬੈਠਿਆਂ ਤੈਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਤੈਨੂੰ ਕਿਸੇ ਮੰਦਿਰ 'ਚ ਜਾਣ ਦੀ ਲੋੜ ਨਹੀਂ ਪਵੇਗੀ, ਤੈਨੂੰ ਕਿਸੇ ਮਸੀਤ ਵਿੱਚ ਜਾਣ ਦੀ ਵੀ ਲੋੜ ਨਹੀਂ ਪਵੇਗੀ। ਜੇ ਤੂੰ ਪਤੀ ਦੀ ਵੀ ਸੇਵਾ ਕਰ ਲਈ ਨਾ, ਤੇ ਘਰ ਬੈਠਿਆਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਤੈਨੂੰ ਰੱਬ ਮਿਲ ਸਕਦਾ, ਰੱਬ ਨਾਲ ਤੇਰੀ ਸਾਂਝ ਬਣ ਸਕਦੀ ਹੈ। ਇਹ ਬਚਨ ਕੇਵਲ ਸਾਡੇ ਬੋਲਾਂ ਤੱਕ, ਸਾਡੇ ਬਚਨਾਂ ਤੱਕ ਸੀਮਤ ਰਹਿ ਗਏ। ਵੈਸੇ ਕਿਸੇ ਨੂੰ ਇਹ ਸਮਝਾਉਣ ਵਾਸਤੇ ਇੱਕ ਗਾਥਾ ਹੈ ਸਾਧ ਸੰਗਤ, ਪਤਾ ਨਹੀਂ ਹਕੀਕਤ ਵਰਤੀ ਜਾਂ ਨਹੀਂ ਵਰਤੀ, ਪਰ ਉਹਦੇ ਤੋਂ ਸਿੱਖਿਆ ਬੜੀ ਵੱਡੀ ਮਿਲਦੀ ਹੈ। ਕਹਿੰਦੇ ਇੱਕ ਵਾਰੀ ਇੱਕ ਜੋਗੀ ਰੱਬ ਦੀ ਬੰਦਗੀ ਕਰਕੇ 12 ਸਾਲ ਦੇ ਕਰੀਬ ਉਹਨੇ ਜੰਗਲ ਵਿੱਚ ਬੈਠ ਕੇ ਤਪ ਕੀਤਾ, ਤੇ 12 ਸਾਲ ਤਪ ਕਰਨ ਤੋਂ ਬਾਅਦ ਉਹ ਵੇਖਣਾ ਚਾਹੁੰਦਾ ਹੈ ਕਿ ਮੇਰੇ ਬਚਨਾਂ ਵਿੱਚ ਤਾਕਤ ਆਈ ਜਾਂ ਨਹੀਂ ਆਈ, ਮੇਰੀ ਯੋਗ ਸਾਧਨਾ ਪੂਰੀ ਹੋਈ ਜਾਂ ਨਹੀਂ ਹੋਈ। ਕਹਿੰਦੇ ਉਹਨੇ 12 ਸਾਲ ਬਾਅਦ ਉਹਦੇ ਸਾਹਮਣੇ ਚਿੜੀਆਂ ਚੋਗਾ ਚੁਗਦੀਆਂ ਪਈਆਂ ਨੇ, ਤੇ ਉਹਨੇ ਕਹਿ ਦਿੱਤਾ ਚਿੜੀਓ ਮਰ ਜਾਵੋ। ਕਹਿੰਦੇ ਚਿੜੀਆਂ ਮਰ ਗਈਆਂ, ਕਿਉਂਕਿ ਬੰਦਗੀ ਕਰ ਕਰਕੇ ਬਚਨਾਂ ਵਿੱਚ ਤਪ ਆ ਗਿਆ ਸੀ। ਉਹ ਚਿੜੀਆਂ ਮਰ ਗਈਆਂ ਤੇ ਉਹਨੇ ਸੋਚਿਆ ਮੈਂ ਤੇ ਪੈਂਦੀਆਂ ਬੜਾ ਮਾੜਾ ਕੰਮ ਕਰ ਲਿਆ, ਚਿੜੀਆਂ ਮਾਰ ਦਿੱਤੀਆਂ। ਉਹਨੇ ਫਿਰ ਕਿਹਾ ਚਿੜੀਓ ਜੀਉ ਪਵੋ, ਤੇ ਚਿੜੀਆਂ ਜੀਉ ਪਈਆਂ। ਚਿੜੀਆਂ ਜਿਉਂਦੀਆਂ ਹੋ ਗਈਆਂ। ਉਹਨੇ ਸੋਚਿਆ ਮੇਰੇ ਬਚਨਾਂ ਵਿੱਚ, ਸੰਸਾਰ ਦੇ ਵਿੱਚ ਰਹਿੰਦੇ ਆ, ਮੇਰੇ ਬਚਨਾਂ ਦੇ ਵਿੱਚ ਤਾਕਤ ਆ ਗਈ ਹੈ, ਮੇਰੀ ਬੰਦਗੀ ਸਫਲ ਹੋ ਗਈ। ਉਹ ਘਰ ਨੂੰ ਆ ਰਿਹਾ ਸੀ, ਰਸਤੇ ਚਲਦੇ ਚਲਦੇ ਇੱਕ ਖੂਹ ਵੇਖਿਆ, ਖੂਹ ਦੇ ਉੱਤੇ ਪਿਆਸ ਲੱਗੀ, ਪਾਣੀ ਪੀਣ ਵਾਸਤੇ ਗਿਆ। ਉੱਥੇ ਇੱਕ ਬੱਚੀ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਬਾਹਰ ਸੁੱਟੀ ਜਾ ਰਹੀ ਸੀ। ਇਹਨੇ ਆ ਕੇ ਉਸ ਨੌਜਵਾਨ ਮੁਟਿਆਰ ਨੂੰ ਇੱਕ ਗੱਲ ਕਹੀ, ਬੱਚੀ ਮੈਂ ਪਾਣੀ ਪੀਣਾ ਹੈ। ਉਹ ਬੱਚੀ ਕਹਿਣ ਲੱਗੀ ਰੁਕ ਜਾ, ਮੈਨੂੰ ਪਹਿਲੇ ਅੱਗ ਬੁਝਾ ਲੈਣ ਦੇ।
ਉਹ ਜੋਗੀ ਸੋਚਾਂ ਵਿੱਚ ਪੈ ਗਿਆ, ਇਹ ਕੀ ਹੋਇਆ, ਇਹ ਕਿਹੜੀ ਅੱਗ ਬੁਝਾ ਰਹੀ ਹੈ, ਇੱਥੇ ਪਾਣੀ ਸੁੱਟ ਰਹੀ ਹੈ, ਇੱਥੇ ਡੋਲ ਰਹੀ ਹੈ, ਮੈਂ ਇੱਕ ਘੁੱਟ ਪਾਣੀ ਮੰਗਿਆ ਮੈਨੂੰ ਦੇਣ ਵਾਸਤੇ ਤਿਆਰ ਨਹੀਂ, ਤੇ ਇੱਥੇ ਪਾਣੀ ਡੋਲ ਡੋਲ ਕੇ ਕਹੀ ਜਾ ਰਹੀ ਹੈ ਕਿ ਮੈਨੂੰ ਅੱਗ ਬੁਝਾ ਲੈਣ ਦੇ। ਜਦੋਂ ਇੰਨੀ ਗੱਲ ਹੋਈ, ਜੋਗੀ ਤੋਂ ਰਹਿ ਨਹੀਂ ਹੋਇਆ, ਉਹਨੇ ਥੋੜਾ ਜਿਹਾ ਜ਼ੋਰ ਦੇ ਕੇ ਬਚਨਾਂ ਦੇ ਵਿੱਚ ਇਹ ਗੱਲ ਕਹੀ, ਬੱਚੀਏ ਮੈਨੂੰ ਪਾਣੀ ਪਿਲਾ ਦੇ, ਤੂੰ ਤੇ ਪਾਣੀ ਡੋਲੀ ਜਾ ਰਹੀ ਹੈ। ਤੇ ਉਸ ਬੱਚੀ ਨੇ ਅੱਗੋਂ ਬੜੇ ਕਮਾਲ ਦੇ ਬਚਨ ਕੇ ਕਹਿੰਦੇ, ਜੋਗੀ ਜੀ ਮੈਨੂੰ ਇੰਨੇ ਜ਼ੋਰ ਦੇ ਕੇ ਬਚਨ ਨਾ ਕਹੋ, ਮੈਂ ਕੋਈ ਚਿੜੀ ਨਹੀਂ ਜਿਹੜੀ ਤੁਹਾਡੇ ਆਖੇ ਮਰ ਜਾਵਾਂਗੀ ਤੇ ਤੁਹਾਡੇ ਆਖੇ ਜੀਉ ਪਵਾਂਗੀ। ਉਹ ਕਹਿਣ ਲੱਗੇ ਮੈਂ ਕੋਈ ਚਿੜੀ ਨਹੀਂ। ਜੋਗੀ ਦੇ ਕਪਾਟ ਖੁੱਲ ਗਏ, ਹੈਰਾਨ ਹੋ ਗਿਆ, ਉਹਨੂੰ ਬਾਹਰ ਦੀ ਪਿਆਸ ਤਾਂ ਭੁੱਲ ਗਈ, ਪਰ ਹੁਣ ਇਹ ਪਿਆਸ ਲੱਗ ਗਈ, ਇਸ ਬੱਚੀ ਨੇ ਕਿਹੜਾ ਤਪ ਕੀਤਾ ਹੋਵੇਗਾ, ਕਿਹੜੀ ਬੰਦਗੀ ਕੀਤੀ ਹੋਵੇਗੀ ਜਿਹਦੇ ਕਰਕੇ ਇਹਨੂੰ ਇਸ ਉਮਰ ਦੇ ਵਿੱਚ ਇੰਨਾ ਗਿਆਨ ਜਿਹੜਾ ਇਹਨੇ ਮੇਰੇ ਅੰਦਰ ਦੀ ਭਾਵਨਾ ਨੂੰ ਜਾਣ ਲਿਆ। ਇਹ ਕਿਵੇਂ ਪਤਾ ਲੱਗ ਗਿਆ ਕਿ ਮੈਂ ਚਿੜੀਆਂ ਮਾਰੀਆਂ ਤੇ ਚਿੜੀਆਂ ਜਿਉਂਦੀਆਂ ਕੀਤੀਆਂ, ਉੱਥੇ ਜੰਗਲ ਵਿੱਚ ਤੇ ਹੈ ਹੀ ਕੋਈ ਨਹੀਂ ਸੀ। ਇਹ ਬੱਚੀ ਨੂੰ ਅੰਤਰਜਾਮਤਾ ਵਾਲੀ ਦਾਤ ਕਿੱਥੋਂ ਪ੍ਰਾਪਤ ਹੋ ਗਈ? ਕਹਿਣ ਕਿ ਬੜਾ ਹੈਰਾਨ ਹੋ ਕੇ ਉਹਨੇ ਬੱਚੀ ਨੂੰ ਇਹ ਗੱਲ ਪੁੱਛਣਾ ਚਾਹੀ। ਜਦੋਂ ਬੱਚੀ ਪਾਣੀ ਡੋਲ ਕੇ ਹਟੀ ਤੇ ਉਹ ਜੋਗੀ ਨੇ ਕਿਹਾ, ਬੱਚੀਏ ਹੁਣ ਪਾਣੀ ਤੇ ਬਾਅਦ ਵਿੱਚ ਪੀਵਾਂਗਾ, ਪਹਿਲੇ ਮੈਨੂੰ ਇਹ ਦੱਸ ਤੂੰ ਛੋਟੀ ਜੀ ਉਮਰ ਦੇ ਵਿੱਚ ਐਸਾ ਕਿਹੜਾ ਤਪ ਕੀਤਾ, ਐਸੀ ਕਿਹੜੀ ਬੰਦਗੀ ਕੀਤੀ, ਐਸਾ ਕਿਹੜਾ ਸਿਮਰਨ ਕੀਤਾ ਜਿਹੜਾ ਤੈਨੂੰ ਇਹ ਛੋਟੀ ਜੀ ਉਮਰ ਦੇ ਵਿੱਚ ਹੀ ਇਸ ਗੱਲ ਦਾ ਬੋਧ ਹੋ ਗਿਆ ਕਿ ਤੂੰ ਲੋਕਾਂ ਦੇ ਦਿਲਾਂ ਦੀਆਂ ਭਾਵਨਾ ਜਾਣਨ ਲੱਗ ਪਈ, ਤੂੰ ਅੰਤਰਜਾਮਤਾ ਵਾਲੀ ਦਾਤ ਪ੍ਰਾਪਤ ਕਰ ਲਈ। ਉਹ ਬੱਚੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ, ਜੋਗੀ ਜੀ ਜੇ ਮੇਰੇ ਅੰਦਰ ਦੀ ਗੱਲ ਪੁੱਛਣੀ ਚਾਹੁੰਦੇ ਹੋ, ਮੈਂ ਤੁਹਾਨੂੰ ਦੱਸਦੀ ਹਾਂ ਮੈਂ ਕਿਹੜਾ ਤਪ ਕੀਤਾ, ਮੈਂ ਕਿਹੜੀ ਬੰਦਗੀ ਕੀਤੀ। ਕਹਿੰਦੀ, ਜਿਸ ਵਕਤ ਮੇਰੇ ਮਾਤਾ ਪਿਤਾ ਨੇ ਮੇਰਾ ਸੰਜੋਗ ਜੋੜਿਆ ਸੀ ਨਾ, ਸੰਜੋਗ ਜੋੜਿਆ, ਮੈਨੂੰ ਇੱਕ ਗੱਲ ਕਹੀ ਸੀ, ਬੱਚੀਏ ਤੇਰੇ ਵਾਸਤੇ ਪਤੀ ਹੀ ਤੇਰੇ ਵਾਸਤੇ ਪਰਮੇਸ਼ਰ ਹੈ, ਤੇ ਮੈਂ ਪਤੀ ਦੀ ਮਨ ਕਰਕੇ ਸੇਵਾ ਕੀਤੀ, ਤਨ ਕਰਕੇ ਸੇਵਾ ਕੀਤੀ, ਭਾਵਨਾ ਕਰਕੇ ਸੇਵਾ ਕੀਤੀ, ਉਹਦੀ ਸੇਵਾ ਦੇ ਵਿੱਚੋਂ ਹੀ ਮੈਨੂੰ ਇੰਨਾ ਕੁਝ ਪ੍ਰਾਪਤ ਹੋਇਆ। ਇੱਕ ਵਾਰ ਰਾਤ ਦਾ ਸਮਾਂ ਸੀ, ਮੇਰਾ ਪਤੀ ਥੱਕਿਆ ਟੁੱਟਿਆ ਕੰਮ ਤੋਂ ਆਇਆ, ਉਹ ਆ ਕੇ ਆਰਾਮ ਕਰਨ ਲੱਗਾ ਤੇ ਆਰਾਮ ਕਰਦਿਆਂ ਕਰਦਿਆਂ ਅੱਧੀ ਕੁ ਰਾਤ ਦਾ ਵਕਤ ਹੋਇਆ, ਉਹਨੇ ਮੇਰੇ ਤੋਂ ਪਾਣੀ ਮੰਗਿਆ। ਮੈਂ ਪਾਣੀ ਲੈ ਕੇ ਆਈ, ਉਹਦੀ ਫੇਰ ਅੱਖ ਲੱਗ ਗਈ, ਮੈਂ ਪਾਣੀ ਲੈ ਕੇ ਸਾਰੀ ਰਾਤ ਸਿਰਹਾਣੇ ਖੜੀ ਰਹੀ। ਔਰ ਜਦੋਂ ਸਵੇਰ ਹੋਈ ਨਾ, ਸਵੇਰ ਹੋਈ, ਮੇਰੇ ਪਤੀ ਦੀ ਅੱਖ ਖੁੱਲੀ, ਮੈਂ ਫਟਾਫਟ ਪਾਣੀ ਅੱਗੇ ਕੀਤਾ। ਮੇਰੇ ਪਤੀ ਨੇ ਵੇਖਿਆ ਪਾਣੀ ਤੇ ਮੈਂ ਅੱਧੀ ਰਾਤ ਨੂੰ ਮੰਗਿਆ ਸੀ, ਹੁਣ ਤੇ ਸਵੇਰ ਹੋ ਚੁੱਕੀ ਹੈ। ਤੇ ਸਵੇਰ ਹੋਣ ਦੇ ਉੱਤੇ ਮੈਂ ਜਦੋਂ ਫਟਾਫਟ ਪਾਣੀ ਅੱਗੇ ਕੀਤਾ ਤੇ ਪਤੀ ਦੇਵ ਮੇਰੇ ਕਹਿਣ ਲੱਗੇ ਕਿ ਘਰ ਵਾਲੀਏ, ਪਿਆਰੀਏ, ਪਾਣੀ ਤੇ ਮੈਂ ਰਾਤ ਮੰਗਿਆ ਸੀ। ਉਹ ਕਹਿਣ ਲੱਗੀ, ਮੈਂ ਰਾਤ ਦੀ ਪਾਣੀ ਲੈ ਕੇ ਖੜੀ ਹਾਂ। ਉਹ ਕਹਿਣਗੇ ਉਠਾ ਦਿੰਦਾ। ਕਹਿੰਦੀ, ਉਠਾਇਆ ਤਾਂ ਨਹੀਂ, ਤੁਸੀਂ ਸਾਰਾ ਦਿਨ ਕੰਮਕਾਰ ਕਰਨਾ, ਕਿਤੇ ਤੁਹਾਡੀ ਨੀਂਦ ਖਰਾਬ ਨਾ ਹੋ ਜਾਵੇ, ਮੈਂ ਤਾਂ ਕਰਕੇ ਨਹੀਂ ਉਠਾਇਆ, ਮੈਂ ਸਾਰੀ ਰਾਤ ਪਾਣੀ ਲੈ ਕੇ ਤੁਹਾਡੇ ਸਿਰਹਾਣੇ ਤੇ ਖੜੀ ਰਹੀ, ਮੈਨੂੰ ਇਹ ਪਤਾ ਸੀ ਕਿ ਮੈਂ ਤੁਹਾਡੀ ਨੀਂਦ ਖਰਾਬ ਨਹੀਂ ਕਰਨੀ। ਕਹਿੰਦੀ, ਉਸ ਵਕਤ ਮੇਰੇ ਪਤੀ ਨੇ ਮੈਨੂੰ ਐਸੇ ਪਿਆਰ ਦੀ ਨਿਗਾਹ ਦੇ ਨਾਲ ਨਿਹਾਰਿਆ, ਉਸ ਪਤੀ ਦੀ ਸੇਵਾ ਦੇ ਵਿੱਚ ਮੈਨੂੰ ਇਹ ਸਾਰੀਆਂ ਦਾਤਾਂ ਪ੍ਰਾਪਤ ਹੋ ਗਈਆਂ। ਮੈਨੂੰ ਕਿਸੇ ਥਾਂ ਤੇ ਜਾ ਕੇ ਵੱਖਰੀ ਬੰਦਗੀ ਕਰਨ ਦੀ ਲੋੜ ਨਹੀਂ ਪਈ। ਔਰ ਸਾਧ ਸੰਗਤ, ਕਿਸੇ ਨੇ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦਾ, ਜਿਸ ਘਰ ਵਿੱਚ ਮੀਆਂ ਬੀਬੀ ਦਾ ਮੇਲ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ। ਉਹ ਘਰ ਹੀ ਸੰਸਾਰ ਦੇ ਵਿੱਚ ਨਰਕ ਬਣਿਆ ਹੁੰਦਾ ਹੈ। ਤੇ ਥੋੜਾ ਜਿਹਾ ਅਸੀਂ ਅੱਜ ਝਾਤੀ ਮਾਰ ਕੇ ਵੇਖੀਏ ਕਿ ਪਤਨੀਆਂ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ ਸੇਵਾ ਕਰਦੀਆਂ ਨੇ। ਅੱਜ ਜੇਕਰ ਪਾਣੀ ਮੰਗੀਏ ਤੇ ਅੱਗੋਂ ਜਵਾਬ ਮਿਲਦਾ, ਤੇਰੇ ਕਿਹੜੇ ਹੱਥ ਟੁੱਟੇ ਨੇ, ਤੇਰੇ ਲਾਗੇ ਹੀ ਪਾਣੀ ਦਾ ਗਲਾਸ ਪਿਆ, ਤੂੰ ਆਪ ਨਹੀਂ ਪੀ ਸਕਦਾ। ਥੋੜਾ ਜਿਹਾ ਝਾਤੀ ਮਾਰੀਏ, ਅੱਜ ਸਾਡੇ ਅੰਦਰ ਕਿੱਡਾ ਕੁ ਨਿਗਾਹ ਆ ਗਿਆ। ਘਰ ਦੇ ਅੰਦਰ ਪਤਨੀਆਂ ਭਾਵੇਂ ਪਤੀ ਨੂੰ ਪਾਣੀ ਪਿਆਉਣ ਜਾਂ ਨਾ ਪਿਆਉਣ, ਤੇ ਗੁਰਦੁਆਰੇ ਆ ਕੇ ਆਪਾਂ ਫਿਰ ਕਈ ਘੰਟੇ ਸੇਵਾ ਕਰਕੇ ਸੋਚਦੇ ਹਾਂ ਕਿ ਆਪਾਂ ਬਹੁਤ ਵੱਡਾ ਤਪ ਕਰ ਲਿਆ। ਸੱਚ ਜਾਣਿਓ ਸਾਧ ਸੰਗਤ, ਇਹਦੀ ਵਿਚਾਰ ਘਰ ਤੋਂ ਆਰੰਭ ਕਰੀਏ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਸਾਨੂੰ ਇਸੇ ਕਰਕੇ ਐਸੀ ਸੇਧ ਦਿੱਤੀ ਹੈ, ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਜੇ ਘਰ ਵਿੱਚ ਬੈਠੀ ਮਾਂ ਬਾਪ ਦੀ ਸੇਵਾ ਨਹੀਂ ਕਰਦੇ, ਪਾਣੀ ਨਹੀਂ ਪਿਲਾਉਂਦੇ, ਇੱਥੇ ਆ ਕੇ ਭਾਵੇਂ ਸਾਰਾ ਦਿਨ ਸੇਵਾ ਕਰਦੇ ਰਹੀਏ,
ਸਤਿਗੁਰ ਪਾਤਸ਼ਾਹ ਕਹਿੰਦੇ ਕਿ ਗੁਰ ਪਰਮੇਸ਼ਰ ਸਾਰ ਨਾ ਜਾਣੀ, ਸੱਚ ਜਾਣਿਓ। ਐਸੇ ਮਨੁੱਖ ਦੀ ਸੇਵਾ ਤੋਂ ਨਾ ਗੁਰੂ ਖੁਸ਼ ਹੁੰਦਾ ਤੇ ਨਾ ਰੱਬ ਖੁਸ਼ ਹੁੰਦਾ। ਜੇ ਘਰ ਵਿੱਚ ਬੈਠੇ ਰੱਬ ਵਰਗੇ ਮਾਂ-ਬਾਪ ਦੀ ਸੇਵਾ ਨਹੀਂ ਕਰਨੀ, ਹੋਰ ਆਪਾਂ ਜਿੰਨੇ ਮਰਜ਼ੀ ਤਰੀਕੇ ਅਪਣਾ ਲਈਏ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ, ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ 300 ਝਗਰਤ ਪਾਪ। ਉਹ ਬੱਚਿਆ, ਜੇ ਤੂੰ ਮਾਂ-ਬਾਪ ਦਾ ਕਹਿਣਾ ਨਹੀਂ ਨਾ ਮੰਨਦਾ, ਮਾਂ-ਬਾਪ ਨੂੰ ਮੰਦੇ ਸ਼ਬਦ ਵਰਤਦਾ ਤੇ ਸੱਚ ਜਾਣੀ, ਇਹਦੂ ਵੱਡਾ ਦੁਨੀਆ ਤੇ ਪਾਪ ਕੋਈ ਨਹੀਂ। ਇੰਜ ਕਹਿ ਦਈਏ ਸਾਧ ਸੰਗਤ, ਸਾਡੀ ਯੋਗ ਸਾਧਨਾ ਘਰ ਬੈਠਿਆਂ ਵੀ ਸਫਲ ਹੋ ਸਕਦੀ ਹੈ, ਜੇ ਕਿਤੇ ਗੁਰੂ ਦੇ ਦੱਸੇ ਹੋਏ ਮੁਬਾਰਕ ਬਚਨ ਸਾਡੇ ਸੰਸਾਰਿਕ ਜੀਵਾਂ ਦੇ ਹਿਰਦੇ ਦਾ ਸ਼ਿੰਗਾਰ ਬਣ ਜਾਣ। ਇਹੀ ਸਾਡੀ ਅਸਲੀ ਯੋਗ ਸਾਧਨਾ ਹੈ। ਸਾਨੂੰ ਜੰਗਲਾਂ ਵਿੱਚ ਜਾ ਕੇ ਭਟਕਣ ਦੀ ਲੋੜ ਨਹੀਂ, ਖੂਹਾਂ ਵਿੱਚ ਪੁੱਠੇ ਲਟਕਣ ਦੀ ਲੋੜ ਨਹੀਂ, ਧੂਣੀਆਂ ਤਪਾ ਕੇ ਬੈਠਣ ਦੀ ਲੋੜ ਨਹੀਂ। ਬਸ ਰੱਬ ਦੀ ਬੰਦਗੀ ਕਰੀਏ, ਘਰ ਪਰਿਵਾਰ ਦੇ ਵਿੱਚ ਆਪਸੀ ਮਿਲਾਪ ਦੇ ਨਾਲ ਰਹਿਣਾ ਕਰੀਏ। ਇਹੀ ਸਾਡੀ ਅਸਲੀ ਯੋਗ ਸਾਧਨਾ ਹੈ। ਇੱਦਾਂ ਹੀ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਬੜੇ ਪਿਆਰੇ ਗੁਰੂ ਸਾਹਿਬ ਜੀ ਦੇ ਇਹ ਅਨਮੋਲ ਬਚਨ ਸਤਿਗੁਰੂ ਕਿਰਪਾ ਕਰਨ, ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ, ਤਾਂ ਕਿ ਸਾਡੇ ਵਿੱਚ ਪਿਆਰ ਇਤਫਾਕ ਦੀ ਦਾਤ ਸੰਸਾਰ ਦੇ ਵਿੱਚ ਸਾਨੂੰ ਪ੍ਰਾਪਤ ਹੋ ਸਕੇ। ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਜੀ, ਜੋ ਆਇਆਂ ਨੂੰ ਬੜਾ ਪਿਆਰ ਦੇ ਕੇ ਨਿਵਾਜਦੇ ਨੇ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ, ਜਿਹਨਾਂ ਬੜੇ ਪਿਆਰ ਦੇ ਨਾਲ ਇਕਾਗਰ ਚਿੱਤ ਹੋ ਕੇ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਸਰਵਣ ਕੀਤੀ ਹੈ, ਗੁਰੂ ਦਾ ਉਪਦੇਸ਼ ਸਰਵਣ ਕੀਤਾ ਹੈ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਸੁਮਤ ਦੇ ਕੇ ਆਪ ਸੰਗਤਾਂ ਨਾਲ ਵਿਚਾਰਾਂ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।